सन परसै गुरु कै जन्म मरण दुख जाए। होवै सिफत खसम दी नूर अरसों कुरसों चट्टीऐ। तुद डिठे सच्चे पातशाह मल जन्म जन्म दी कट्टीऐ। वाहिगुरु साहिब जीओ गौड़ी ग्वारेरी महला पंजवा। अगले मोए से पाछै परे जो उबरे से बंद लक खरे। अगले मोए से पाछै परे जो उबरे से बंद लक खरे। जेह धंधे मह ओए लपटाए उनते दुगण दिड़ी उनमाए। ओह बेला कछ चीत न आवै बिन सजाए ताहूँ लपटावै रहाओ। आसा बंदी मूर्ख देह काम क्रोध लपट्यो असनेह। सिर ऊपर ठांडो धर्म राय मीठी कर कर विख्या खाए। हौ बंदो हौ साधो बैर हमरी भूम कौन घालै पैर। हौ पंडित हौ चतुर सियाणा करनै हार न बुझै बिगाना। अपनी गात मित आपे जानै क्या को कहै क्या आख वखानै। जित जित लावै तित तित लगना अपना भला सब काहूँ मंगना। सब किश तेरा तू करनै हार अंत नाही किश पारावार। दास अपने कौ दीजै दान कबहू न विसरै नानक नाम। दास अपने कौ दीजै दान कबहू न विसरै नानक नाम। वाहिगुरु जी का खालसा वाहिगुरु जी की फतेह। जुगो जुग टल चबर छत्र तख्त दे मालक गुरता गद्दी ते विराजमान सतगुरु साहिब श्री गुरु ग्रंथ साहिब जी महाराज जी की पावन पवित्र हजूरी अंदर शशोभत सुभाईमान सत्कारयोग गुरु प्यारी संगत जी। आप जी बहुत वड्डियां भागां वाले हो धनता दे योग हो जो सतगुरु जी दे पावन पवित्र दरबार विच सुशोभित होके सतसंगत दीयां घड़ियां दा लाभ उठा रहे हो। इलाही अकाली बाणी दा कीर्तन आपने सरवण कीता है। इस वक्त सतगुरु दी पावन गुरबाणी दी लड़ीवार शब्द विचार कथा सरवण करन दा सुभाग सानू मिलिया है। लड़ीवार कथा गुरु ग्रंथ साहिब जी दे पावन अंग 178 दे उत्ते सुभाईमान है। अज दा पावन शब्द गौड़ी ग्वारेरी महला पंजवा। गौड़ी राग दे अंदर गौड़ी दी किस्म है ग्वारेरी। महला पंजवा जनी पंचम पातशाह सतगुरु श्री गुरु अर्जुन देव जी की रसना तो यह शब्द उचारण होया है। इस शब्द के अंदर सतगुरु श्री गुरु अर्जन देव महाराज मनुखी प्रवृत्ति की गल करते हैं कि किमें बंदा अपने सुभाव दे बस संसार दे वहण दे विच वहिंदा रहिंदा है।
ਕਦੇ ਉਹਨੂੰ ਸੱਚ ਝੂਠ ਦੀ ਸੋਝੀ ਵੀ ਨਹੀਂ ਹੁੰਦੀ, ਔਰ ਆਪਣਾ ਪੂਰੇ ਦਾ ਪੂਰਾ ਜੀਵਨ ਕੇਵਲ ਤੋਂ ਕੇਵਲ ਇੱਕ ਖਿੱਚ ਜੀ ਦੀ ਮਾਰਾ ਸੰਸਾਰ ਦਾ ਬੱਧਾ ਲੰਘਾ ਪੈਂਦਾ। ਜੀਵਨ ਦੀਆਂ ਜੋ ਅਟੱਲ ਸੱਚਾਈਆਂ ਨੇ ਉਹ ਬਿਲਕੁਲ ਨੇੜੇ ਨੇੜੇ ਦੇ ਵਾਪਰ ਰਹੀਆਂ ਹੁੰਦੀਆਂ ਹਨ। ਉਹਨਾਂ ਵਿੱਚ ਇਹ ਹਿੱਸੇਦਾਰ ਵੀ ਹੁੰਦਾ ਹੈ, ਭਾਗੀਦਾਰ ਵੀ ਹੁੰਦਾ ਹੈ, ਸ਼ਾਮਲ ਵੀ ਹੁੰਦਾ ਹੈ, ਪਰ ਉਹਨਾਂ ਸੱਚਾਈਆਂ ਦਾ ਪ੍ਰਭਾਵ ਨਹੀਂ ਕਬੂਲਦਾ। ਉਹਨਾਂ ਨੂੰ ਮਹਿਜ ਇੱਕ ਜਿਵੇਂ ਇੱਕ ਛੋਟੀ ਜਿਹੀ ਫਾਰਮੈਲਿਟੀ ਹੁੰਦੀ ਹੈ, ਉੱਦਾਂ ਮੰਨ ਕੇ ਤੇ ਆਪ ਫਿਰ ਉਹਨਾਂ ਚੀਜ਼ਾਂ 'ਚ ਲੱਗਿਆ ਰਹਿੰਦਾ ਹੈ। ਇਹ ਬਹੁਤ ਵੱਡੀ ਇਸ ਜੀਵ ਦੀ ਨਾ ਸਮਝੀ ਹੈ, ਇਹਦੇ ਨਾਲ ਇਹ ਹੁੰਦਾ ਹੈ। ਇਸ ਤਰ੍ਹਾਂ ਦੇ ਭਾਵ ਇਸ ਸ਼ਬਦ ਵਿੱਚ ਨੇ। ਆਓ ਸੁਣਦੇ ਹਾਂ ਕੀ ਕਹਿੰਦੇ ਨੇ। ਅਗਲੇ ਮੋਏ ਸੇ ਪਾਛੈ ਪਰੇ। ਕਹਿੰਦੇ ਜਦੋਂ ਕਿਸੇ ਵੀ ਬੰਦੇ ਦਾ ਜੀਵਨ ਹੁੰਦਾ ਹੈ, ਆਪਣੇ ਸਮੇਂ ਦੇ ਵਿੱਚ ਉਹ ਬੰਦਾ ਵੀ ਪੂਰੀ ਮੈਂ ਕਰਦਾ, ਜਾਣੀ ਆਪਣੇ ਹੰਕਾਰ ਨੂੰ ਪੂਰਾ ਡੰਕੇ ਦੀ ਚੋਟ 'ਤੇ ਲੋਕਾਂ 'ਚ ਪ੍ਰਗਟ ਕਰਦਾ ਵੀ ਮੇਰੇ ਵਰਗਾ ਕੋਈ ਕੌਣ ਹੈ ਇਸ ਦੁਨੀਆ ਵਿੱਚ। ਪਰ ਜਦੋਂ ਸਮਾਂ ਲੰਘ ਜਾਂਦਾ ਹੈ, ਉਹ ਵੇਲਾ ਲੰਘ ਜਾਂਦਾ ਉਹਦਾ ਜਿਹੜਾ ਲੰਘਣਾ ਹੀ ਹੁੰਦਾ, ਉਦੋਂ ਬਾਅਦ ਲੋਕੀ ਉਹਨੂੰ ਯਾਦ ਵੀ ਨਹੀਂ ਕਰਦੇ, ਭੁੱਲ ਵੀ ਜਾਂਦੇ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਇਸ ਧਰਤੀ 'ਤੇ ਹੋਏ ਹੈ। ਦੇਖੋ ਤੁਸੀਂ ਔਰੰਗਜ਼ੇਬ ਕਿੱਡਾ ਵੱਡਾ ਉਹਦਾ ਹੁਕਮ ਸੀ, ਹਕੂਮਤ ਸੀ, ਪਰ ਕਦੇ ਔਰੰਗਾਬਾਦ ਜਾਣ ਦਾ ਮੌਕਾ ਮਿਲੇ, ਜਿੱਥੇ ਉਹਦੀ ਕਬਰ ਬਣੀ ਹੋਈ ਆ ਸਾਧ ਸੰਗਤ, ਉਹਦੀ ਕਬਰ ਪਿੱਛੇ ਤੱਕ ਤਾਂ ਕੋਈ ਉੱਤੇ ਛੋਟਾ ਜਿਹਾ ਸ਼ੈੱਡ ਵੀ ਨਹੀਂ ਪਾਇਆ ਹੋਇਆ ਸੀ। ਹੁਣ ਤਾਂ ਉਹਦੇ ਮਾੜੀ ਮੋਟੀ ਕੰਧ ਕੁੰਧ ਜੀ ਮਾਰਤੀ ਸਾਈਡ ਜੇ ਨੂੰ, ਉੱਤੋਂ ਢੱਕ ਦਿੱਤੀ ਕਬਰ ਉਹਦੀ ਟੀਨ ਜੇ ਪਾ ਕੇ, ਇੱਦਾਂ ਹੀ ਪਈ ਹੁੰਦੀ ਹੈ। ਔਰ ਉਹਦੀ ਕਬਰ ਦੇ ਕੋਲ ਧੇਲਾ ਧੇਲਾ ਮੰਗਦੇ ਹੁੰਦੇ ਆ ਲੋਕੀ। ਕਿੱਡਾ ਵੱਡਾ ਰਾਜ ਸੀ ਉਸ ਬੰਦੇ ਦਾ, ਜੋ ਕਹਿੰਦਾ ਸੀ ਉਹ ਹੋ ਜਾਂਦਾ ਸੀ। ਤੇ ਰਾਵਣ ਦੀ ਤੇ ਕਬਰ ਵੀ ਨਹੀਂ ਮਿਲਦੀ ਸਾਧ ਸੰਗਤ, ਉਹ ਥਾਂ ਵੀ ਨਹੀਂ ਮਿਲਦੀ, ਕੋਈ ਮੜੀ ਵੀ ਨਹੀਂ ਮਿਲਦੀ ਵੀ ਇੱਥੇ ਇਹਨੂੰ ਮਾਰਿਆ ਸੀ ਜਾਂ ਇੱਥੇ ਇਹਨੂੰ ਸਾੜਿਆ ਸੀ। ਕੰਸ਼ ਦੁਰਯੋਧਨ ਕਿੱਡਾ ਵੱਡਾ ਸੀ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 योजन छत्तर ਚੱਲੈ ਥਾ ਦੇਹੀ ਗਿਰਜ ਨ ਖਾਈ, ਜਾਂ ਗਿਰਜ ਨ ਖਾਈ ਵੀ ਕਰ ਲੈਂਦੇ ਆ। ਉਹਦਾ ਮਾਸ ਵੀ ਗਿਰਜਾਂ ਖਾ ਗਈਆਂ ਸਨ, ਜਿੰਨਾ ਕੁ ਮਾਸ ਸੀ। ਜਿੰਨਾ ਕੁ ਨਹੀਂ ਸੀ ਕਹਿੰਦੇ ਪੱਥਰ ਦਾ ਬਣ ਗਿਆ ਸੀ, ਓਨਾ ਕੁ ਉਹ ਵੀ ਪਤਾ ਨਹੀਂ ਕਿੱਧਰ ਖੁਰਦ ਬੁਰਦ ਹੋ ਗਿਆ। ਐਸਾ ਹੀ ਹੈ ਕਿ ਜਿੰਨੇ ਕੁ ਦਿਨ ਇਹਦੇ ਕੋਲ ਥੋੜ੍ਹੀ ਜਿਹੀ ਤਾਕਤ ਹੁੰਦੀ ਹੈ, ਜਵਾਨੀ ਹੁੰਦੀ ਹੈ, ਜੋਸ਼ ਹੁੰਦਾ ਹੈ, ਉਨੇ ਕੁ ਦਿਨ ਤਾਂ ਇਹ ਪੂਰਾ ਬਸ ਸਮਝਦਾ ਮੇਰੇ ਵਰਗਾ ਕੋਈ ਹੈ ਨਹੀਂ ਦੁਨੀਆ ਵਿੱਚ। ਬਾਬਾ ਕਬੀਰ ਜੀ ਨੇ ਤਾਂ ਇਉਂ ਆਖਿਆ, ਕਬੀਰ ਨੌਬਤ ਆਪਣੀ ਦਿਨ ਦਸ ਲਿਹੋ ਬਜਾਏ, ਨਦੀ ਨਾਵ ਸੰਜੋਗ ਜਿਉਂ ਬਹੁਰ ਨਾ ਮਿਲ ਹੈ ਆਏ। ਨੌਬਤ ਢੋਲ ਜਾ ਆਪਣਾ 10 ਦਿਨ ਵਜਾ ਲੈ, ਜਿਹੜਾ ਵਜਾਉਣਾ ਖੜਕਾ ਲੈ। ਜਿਵੇਂ ਨਦੀ ਚੱਲਦੀ ਹੈ, ਵਹਿਣ ਵਹਿੰਦੇ ਹੈ, ਅਤੇ ਵਹਿੰਦੇ ਵਹਿਣਾਂ ਦੇ ਵਿੱਚ ਕਿਸ਼ਤੀ ਦੇ ਨਾਲ, ਨਾਵ ਦੇ ਨਾਲ ਜਿਹੜਾ ਪਾਣੀ ਮਿਲ ਕੇ ਲੰਘ ਜਾਂਦਾ ਅੱਗੇ, ਉਹ ਕਦੇ ਕਿਸ਼ਤੀ ਨੂੰ ਮਿਲਦਾ, ਕਦੇ
ਕਿਸ਼ਤੀਆਂ ਚੱਲੀਆਂ ਜਾਂਦੀਆਂ ਨੇ, ਪਾਣੀ ਨਿਕਲ ਜਾਂਦਾ, ਕਿਸ਼ਤੀਆਂ ਉੱਥੇ ਹੀ ਘੁੰਮਦੀਆਂ ਰਹਿੰਦੀਆਂ ਨੇ। ਇਉਂ ਹੀ ਪੂਰਾਂ ਦੇ ਪੂਰ ਬੰਦਿਆਂ ਦੇ ਲੰਘਦੇ ਜਾ ਰਹੇ ਆ। ਮੁੜ ਕੇ ਮੇਲੇ ਹੋਣੇ ਨਾ ਹੋਣੇ ਇਹ ਕੋਈ ਪਤਾ ਨਹੀਂ। ਇਸ ਤਰੀਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕਹਿੰਦੇ ਅਗਲੇ ਮੋਏ, ਅਗਲੇ ਜਿਹੜੇ ਪਹਿਲਾਂ ਹੋ ਚੁੱਕੇ ਉਹ ਮੋਏ ਮਰ ਗਏ ਬਈ। ਕਿੰਨੇ ਚਲੇ ਗਏ ਫਰੀਦਾ, ਕਿੱਥੇ ਤੈਂਡੇ ਮਾਪੇ ਹਾਂ, ਜਿੰਨੀ ਤੂੰ ਜਣੇ ਹੋਏ। ਕਿੱਥੇ ਨੇ ਤੇਰੇ ਮਾਪੇ? ਕਿਹੜੇ ਜੀ? ਕਹਿੰਦੇ ਜਿੰਨੀ ਤੂੰ ਜਣੇ ਹੋਏ, ਜਿਨ੍ਹਾਂ ਨੇ ਤੈਨੂੰ ਜਣਿਆ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ। ਤੇਰੇ ਕੋਲ ਦੀ ਉਹ ਤਾਂ ਚੱਲ ਗਏ ਵੇਲਾ ਲੰਘਾ ਕੇ ਆਪਣਾ, ਤੂੰ ਪਰ ਹਜੇ ਵੀ ਨਹੀਂ ਸਮਝਿਆ। ਕਹਿੰਦਾ ਜੀ ਸਮਝਣ ਵਾਲੀ ਕਿਹੜੀ ਗੱਲ ਹੈ? ਕਹਿੰਦਾ ਸਮਝਣ ਵਾਲੀ ਇਹ ਗੱਲ ਹੈ, ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਪੂਰਾ ਗੀਤਾ ਦਾ ਹੀ ਨਿਚੋੜ ਇੰਨੇ 2 ਪੰਕਤੀਆਂ 'ਚ। 18 ਦੇ ਹੈ ਗੀਤਾ ਦੇ ਪੜ੍ਹ ਕੇ, ਜਿਹੜਾ ਕ੍ਰਿਸ਼ਨ ਜੀ ਨੇ ਅਰਜਨ ਨੂੰ ਸਮਝਾਇਆ ਸੀ, ਜਿਹੜੀ ਚੀਜ਼ ਨੂੰ ਤੂੰ ਕਹਿੰਦਾ ਵੀ ਮੈਂ ਕੁਛ ਹਾਂ, ਤੂੰ ਕੁਛ ਵੀ ਨਹੀਂ। ਜਿਹੜੀ ਚੀਜ਼ ਅੱਜ ਤੇਰੀ ਹੈ ਪਹਿਲਾਂ ਕਿਸੇ ਹੋਰ ਦੀ ਸੀ, ਤੇਰੇ ਤੋਂ ਬਾਅਦ ਕਿਸੇ ਹੋਰ ਦੀ ਹੋਏਗੀ। ਬਾਬਾ ਫਰੀਦ ਜੀ ਨੇ ਸਿਰਫ ਮਾਤਰ 2 ਪੰਕਤੀਆਂ 'ਚ, ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ। ਸ਼ੇਖ ਇਸ ਜ਼ਿੰਦਗੀ ਵਿੱਚ, ਸੰਸਾਰ ਵਿੱਚ ਸਦਾ ਕੋਈ ਨਹੀਂ ਰਿਹਾ। ਜਿਸ ਆਸਣ ਹਮ ਬੈਠੇ, ਜਿਹੜੇ ਆਸਣ 'ਤੇ ਤੂੰ ਬੈਠਾ, ਗੱਦੀ 'ਤੇ ਬੈਠਾ, ਅਹੁਦੇ 'ਤੇ ਬੈਠਾ, ਧਰਤੀ 'ਤੇ ਬੈਠਾ, ਕਿਤੇ ਬੈਸ ਗਿਆ। ਪਹਿਲਾਂ ਕਈ ਇਹ 'ਤੇ ਬਹਿ ਕੇ ਗਏ, ਕਈਆਂ ਨੇ ਦਾਅਵਾ ਕੀਤਾ ਕਿ ਮੇਰੀ ਹੈ ਇਹ ਜ਼ਮੀਨ। ਕਈਆਂ ਨੇ ਆਖਿਆ ਜੀ ਤਾਂ ਸਾਡੀ ਹੈ, ਤਾਂ ਘਰ ਸਾਡਾ ਹੈ, ਤਾਂ ਇਹ ਜ਼ਮੀਨ ਮੇਰੀ ਹੈ। ਇਉਂ ਸੱਚੇ ਪਾਤਸ਼ਾਹ ਸਮਝਾਉਂਦੇ ਹੈ, ਭਾਈ ਅਗਲੇ ਮੋਏ ਆਏ ਸੀ ਮਰ ਗਏ, ਸੇ ਪਾਤਸ਼ਾਹ ਪਰੇ ਉਹ ਪਿੱਛੇ ਪੈ ਗਏ, ਜਾਣੀ ਲੋਕੀ ਉਹਨਾਂ ਨੂੰ ਭੁੱਲ ਗਏ। ਫਾਈਲਾਂ ਦਬ ਗਈਆਂ, ਬਹੁਤ ਥੱਲੇ ਦਬ ਗਈਆਂ, ਇੰਨੀਆਂ ਦਬ ਗਈਆਂ ਕਿ ਉਹਨਾਂ ਦਾ ਨਿਕਲਣਾ ਹੀ ਨਾਮੁਮਕਿਨ ਹੈ। ਹੁਣ ਪਤਾ ਨਹੀਂ ਕਿੰਨੇ ਕੁ ਰਾਜੇ ਮਹਾਰਾਜੇ ਆਏ ਚਲੇ ਗਏ, ਉਹ ਤਾਂ ਹੁਣ ਲੋਕੀ ਉਹਨਾਂ ਨੂੰ ਭੁੱਲਦੇ ਜਾ ਰਹੇ, ਭੁੱਲ ਜਾਣਗੇ। ਜੋ ਉੱਭਰੇ, ਪਰ ਜਿਹੜੇ ਬਚੇ ਹੋਏ ਆ, ਜਿਹੜੇ ਜਿੰਦਾ ਨੇ ਲੋਕੀ, ਜਿਹੜੇ ਚੱਲ ਗਏ ਉਹਨਾਂ ਨੂੰ ਤਾਂ ਭੁੱਲ ਗਏ ਆਪਾਂ। ਜੋ ਉੱਭਰੇ, ਪਰ ਜਿਹੜੇ ਬਚੇ ਹੋਏ ਆ, ਸੇ ਬੰਦ ਲੱਕ ਖਰੇ, ਕਹਿੰਦੇ ਉਹ ਵੀ ਲੱਕ ਬੰਨੀ ਖੜੇ ਆ ਤਿਆਰ। ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹੜੇ ਸੱਜਣ ਦਾ ਸੁਨੇਹਾ ਆ ਜਾਣਾ। ਤੇ ਇੱਕਦਮ ਧੂ ਜੀ ਪੈਂਦੀ ਹੈ, ਤੇ ਬੰਦਾ ਬਾਅਦ ਵਿੱਚ ਚਲੋ ਸ਼ਬਦ ਪੜ੍ਹਦਾ ਹੈ, ਧਨ ਜੋ ਬਨਿਆਰ ਫੁੱਲੜਾ ਨਾਠੀੜੇ, ਦਿਨ 4 ਪੱਬਣ ਕੇਰੇ, ਪੱਤ ਜਿਉ ਢਾਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰ ਲਿਆ ਪਿਆਰਿਆ, ਜਾਂ ਜੋਬਨ ਨੌ ਹੁਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਨ, ਹੰਪੀ ਵੰਝਾਂ ਡੁੰਮਣੀ ਰੋਵਾਂ ਚੀਣੀ ਬਾਣੋ, ਮੇਰੇ ਸੱਜਣ ਰੰਗਲੇ ਮੇਰੇ ਪਿਆਰੇ ਚਲੇ ਗਏ। ਮਹਾਰਾਜ ਸਮਝਾ ਰਹੇ ਹੈ, ਸੱਚੇ ਪਾਤਸ਼ਾਹ ਕਹਿੰਦੇ ਜੋ ਉੱਭਰੇ, ਜਿਹੜੇ ਬਚੇ ਆ ਨਾ, ਬਚੇ ਹੈ, ਜ਼ਿੰਦਾ ਹਨ ਜਿਹੜੇ, ਸੇ ਬੰਦ ਲੱਕ ਖਰੇ, ਲੱਕ ਬੰਨੀ ਖੜੇ। ਲੱਕ ਬੰਨਣਾ ਆਪਣੇ ਪੰਜਾਬੀ ਵਿੱਚ ਆਮ ਕਹਿੰਦੇ ਕਮਰ ਕਸਾ ਕਰ ਲੈ, ਜਾਣੀ ਤਿਆਰੀ ਕਰ ਲੈ। ਪੰਜਾਬੀ 'ਚ ਕਮਰ ਕਸ ਲੈ, ਲੱਕ ਬੰਨਣਾ, ਤਿਆਰੀ ਕਰਨੀ। ਗੁਰੂ ਮਹਾਰਾਜ ਕਹਿੰਦੇ ਉਹ ਆਪਣੀ ਤਿਆਰੀ ਕਰੀ ਖੜੇ ਆ, ਔਰ ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਆਏ। ਬਾਬਾ ਫਰੀਦ ਜੀ ਲੰਘੇ ਜਾ ਰਹੇ ਸਨ। ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਮੈਂ ਕਬਰ ਕੋਲ ਦੀ ਲੰਘਦਾ, ਆਵਾਜ਼ ਮਾਰ ਕੇ ਕਹਿੰਦੀ ਫਰੀਦ ਕਿੱਧਰ ਤੁਰਿਆ ਜਾਂਦਾ, ਆ ਜਾ ਇੱਥੇ। ਬਾਬਾ ਫਰੀਦ ਜੀ ਕਹਿੰਦੇ ਸੱਦੇ ਮਾਰਦੀ ਹੈ, ਆਵਾਜ਼ਾਂ ਮਾਰਦੀ। ਬਾਣੀ 'ਚ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ, ਫਰੀਦਾ ਗੌਰ ਨਿਮਾਣੀ ਸੱਦ ਕਰੇ। ਸੱਦ ਹੁੰਦਾ ਸੱਦਾ ਮਾਰਨਾ, ਆਵਾਜ਼ ਮਾਰਨੀ। ਗੌਰ ਨਿਮਾਣੀ ਸੱਦ ਕਰੇ,
ਨੇ ਘਰਿਆ ਘਰ ਆਓ, ਉਹ ਬੇਘਰਿਆ ਘਰ ਆ ਜਾ। ਉਹ ਮੂੰਹ ਨਹੀਂ ਉੱਧਰ ਨੂੰ ਕਰਦਾ, ਮੂੰਹ ਘੁਮਾਉਂਦਾ। ਜਿਵੇਂ ਸਾਡੀਆਂ ਮਾਈਆਂ ਨਾ ਕੋਈ ਮੌਤ ਦੀ ਗੱਲ ਕਰੇ ਉਹਨੇ ਮੂੰਹ 'ਤੇ ਹੱਥ ਰੱਖਣਗੀਆਂ। ਛੋਟੇ ਛੋਟੇ ਹੁੰਦਿਆਂ ਨੂੰ ਮੌਤ ਦਾ ਨਾਂ ਨਾ ਲੈ, ਮਰ ਗਿਆ ਨਾ ਕਹਿ। ਪਰ ਬਾਬਾ ਫਰੀਦ ਜੀ ਕਹਿੰਦੇ ਮੈਂ ਮੂੰਹ ਪਰਾਂ ਘਮਾਉਣਾ, ਉਹ ਕਹਿੰਦੀ ਸਰ ਪਰ ਮੈਂ ਤਾਂ ਆਵਣਾ। ਉਹ ਆਖਰ ਆਉਣਾ ਤਾਂ ਇੱਥੇ ਹੀ ਹੈ ਨਾ। ਮਰਨੋਂ ਨਾ ਡਰੀ ਆਹੋ, ਤੂੰ ਇੰਨਾ ਡਰਦਾ ਹੈ, ਕਿੰਨਾ ਕੁ ਡਰ ਲਏਗਾ, ਕਿੰਨਾ ਕੁ ਭੱਜ ਲਏਗਾ। ਫਰੀਦਾ ਕੋਠੇ ਧੁੱਕਣ ਕੇਤੜਾ, ਕੋਠੇ 'ਤੇ ਕਿੰਨੀ ਕੁ ਸਪੀਡ ਲਾ ਲਏਗਾ ਬਈ, ਕਿੰਨੀ ਕੁ ਦੌੜ ਨੱਸ ਭੱਜ ਕਰ ਲਏਗਾ। ਫਿਰ ਨੀਂਦੜੀ ਨਿਵਾਰ, ਅੱਖਾਂ ਖੋਲ ਫਿਰ ਵੱਲੋਂ ਦੋ ਦੇਹ ਲੱਦੇ ਗਾਣ ਵੇ, ਜਿਹੜੇ ਦਿਨ ਗਿਣਵੇਂ ਹੀ ਮਿਲੇ ਆ ਬਸ। ਗਏ ਵਿਲਾੜ ਵਿਲਾੜ, ਇੱਦਾਂ ਹੀ ਮਾੜੇ ਮੋਟੇ ਲਾਡਾਂ ਚਾਵਾਂ ਜਾਂ 'ਚ ਲੰਘਾ ਦੇਣੇ ਆ। ਲੱਕ ਬੰਨੇ ਹੀ ਖੜਾ, ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਵੱਜ ਜਾਏ ਅਤੇ ਜਾਣਾ ਪੈ ਜਾਏ। ਕਿੰਨੇ ਸਾਡੇ ਸੱਜਣ ਸਾਥੀ ਬੇਲੀ ਕੋਲ ਦੀ ਲੰਘ ਜਾਂਦੇ ਆ, ਕਿੰਨੇ ਹੀ ਪਿਆਰੇ ਤੋਂ ਪਿਆਰੇ ਬੰਦੇ, ਜਿਨ੍ਹਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਬਹੁਤ ਪਿਆਰੇ, ਜਿਨ੍ਹਾਂ ਨਾਲ ਤੁਸੀਂ ਇਕੱਠੇ ਖੇਡੇ ਕੀਤੇ। ਸਭ ਨਾਲ ਹੁੰਦੀ ਹੈ, ਕਿਹਦੇ ਨਾਲ ਨਹੀਂ ਹੁੰਦੀ ਦੁਨੀਆ 'ਚ। ਐਸਾ ਹੋ ਜਾਂਦਾ ਹੈ, ਪਰ ਜ਼ਿੰਦਗੀ ਲੰਘਾਉਣੀ ਪੈਂਦੀ ਹੈ। ਐਸੇ ਐਸੇ ਮਿੱਤਰ ਜਿਨ੍ਹਾਂ ਬਾਰੇ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ, ਜਿਨ੍ਹਾਂ ਨਾਲ ਤੁਹਾਡੇ ਕੁਝ ਦਿਲ ਦੇ ਵਿੱਚ ਕੁਝ ਅਰਮਾਨ ਹੁੰਦੇ ਆ, ਕੁਝ ਸੁਪਨੇ ਹੁੰਦੇ ਆ, ਜਿਨ੍ਹਾਂ ਲਈ ਤੁਸੀਂ ਕੁਝ ਕਰ ਰਹੇ ਹੁੰਦੇ, ਜਿਨ੍ਹਾਂ ਨੂੰ ਦਿਖਾਉਣ ਲਈ ਕੁਝ ਕਰਦਾ ਬੰਦਾ ਵੀ ਮੈਂ ਦਿਖਾਊਂਗਾ ਇਹਨੂੰ ਕਰਕੇ ਮੇਰੇ ਮਿੱਤਰ ਨੂੰ, ਉਹ ਚੱਲ ਜਾਂਦੇ ਆ। ਮਹਾਰਾਜ ਕਹਿੰਦੇ ਉਹ ਲੱਕ ਬੰਨੀ ਖੜੇ ਆ, ਪਤਾ ਨਹੀਂ ਤੂੰ ਕਿਹੜੇ ਵੇਲੇ ਚੱਲ ਜਾਣਾ। ਕਈ ਲੋਕਾਂ ਨੂੰ ਤੂੰ ਅੱਖ ਦਾ ਤਾਰਾ ਸੀ, ਕਈ ਤੇਰੀ ਅੱਖ ਦੇ ਤਾਰੇ ਸਨ, ਚੱਲ ਗਏ। ਇਹੀ ਸੱਚਾਈ ਹੈ। ਜਿਹੇ ਧੰਦੇ ਮੈਂ ਓਏ ਲਪਟਾਏ, ਜਿਹੜੇ ਧੰਦੇ 'ਚ ਉਹ ਫਸੇ ਹੋਏ ਸੀ ਚੱਲ ਗਏ। ਜਿਹੜੇ ਸੱਜਣ ਤੇਰੇ ਜਿਹੜੀ ਬਿਮਾਰੀ ਨੇ, ਸੰਸਾਰ ਦੇ ਧੰਦੇ ਨੇ, ਉਹਨਾਂ ਨੂੰ ਗਰਸ ਲਿਆ। ਜਿਹੇ ਧੰਦੇ ਮੈਂ ਓਏ ਲਪਟਾਏ, ਉਨ ਤੇ ਦੁੱਗਣ ਦਿੜੀ ਉਨਮਾਏ, ਉਹਨਾਂ ਤੋਂ ਦੁੱਗਣੀ ਤੈਨੂੰ ਲੱਗੀ ਹੋਈ ਆ ਉਹ ਬਿਮਾਰੀ। ਪੰਜਾਬੀ ਦੀ ਕਹਾਵਤ ਹੈ, ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੇਰੇ ਨੂੰ। ਪੰਜਾਬੀ 'ਚ ਪੜ੍ਹੀ ਬੋਲੀ ਦਾ, ਜਿਹੜੇ ਰੋਗ ਨਾਲ, ਜਿਹੜੇ ਦਿੱਕਤ ਨਾਲ ਉਹ ਫਸੇ ਹੋਏ ਸੀ, ਗਰਸੇ ਹੋਏ ਸੀ, ਉਹੀ ਉਹ ਤੈਨੂੰ ਵੀ ਹੈ। ਉਹ ਵੀ ਮੇਰੀ ਕਰਦੇ ਆ ਸੰਸਾਰ ਦੀਆਂ ਗੱਲਾਂ ਬਾਤਾਂ 'ਚ, ਉਹਨੂੰ ਦਿਖਾ ਦੂੰਗਾ, ਉਹਨੂੰ ਦਿਖਾ ਦੂੰਗਾ, ਉਹਨੂੰ ਵੱਡਾ ਕਰ, ਬਸ ਆਹ ਕਰ ਲਵਾਂ, ਥੋੜ੍ਹਾ ਜਿਹਾ ਹੋਰ ਰਹਿ ਗਿਆ, ਬਸ ਇੰਨਾ ਕਰ ਲਵਾਂ, ਇੰਨਾ ਕੁ ਟਾਈਮ ਹੋਰ ਦੇ ਦਿਓ ਜੀ, ਬਸ ਭਾਈ ਛਕ ਲੈ ਅੰਮ੍ਰਿਤ, ਕੋਈ ਨਾ ਜੀ, ਬਸ ਮੁੰਡਾ ਵਿਆਹ ਲਾਂ ਜੀ, ਛਕ ਲੈ ਭਾਈ, ਕੋਈ ਨਾ ਜੀ, ਬਸ ਪੋਤੇ ਦੀ ਦੇਖ ਲਾਂ ਜੀ ਲੋਹੜੀ। ਬੁੱਢੇ ਹੋ ਜਾਂਦੇ ਆ ਬੰਦੇ, ਪਰ ਹਟ ਇਸ ਪਾਸੇ ਨੂੰ ਆ ਨਹੀਂ ਰਹੇ। ਮਤਲਬ ਕਹਿੰਦੇ ਮਹਾਰਾਜ ਕਹਿੰਦੇ ਜਿਹੜੇ ਚੱਲ ਗਏ ਉਹਨਾਂ ਤੋਂ ਲੈਂਦੇ ਨਹੀਂ ਸਿੱਖਿਆ। ਮਨੁੱਖੀ ਸੁਭਾਅ ਹੈ ਇਹ ਨਹੀਂ ਸਮਝਦਾ। ਇੱਕ ਨਾ ਬੜੀ ਪਿਆਰੀ ਮਹਾਂਭਾਰਤ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਮਹਾਂਭਾਰਤ ਗ੍ਰੰਥ ਹੈ, ਇੱਕ ਤਾਂ ਤੁਸੀਂ ਟੈਲੀਵਿਜ਼ਨਾਂ 'ਤੇ ਦੇਖਦੇ ਨਾ, ਉਹਦਾ ਥੋੜ੍ਹਾ ਜਿਹਾ ਹੀ ਹਿੱਸਾ ਹੈ, ਉਹ ਨਹੀਂ ਕੋਈ ਇੰਨੀ ਗੱਲਬਾਤ ਖਾਸ। ਅਸਲ ਗ੍ਰੰਥ ਹੈ, ਖਾਸਾ ਵੱਡਾ ਹੈਗਾ ਮੇਰੇ ਕੋਲ, ਮੈਨੂੰ ਕਿਸੇ ਮਹਾਤਮਾ ਨੇ ਦਿੱਤਾ ਸੀ। ਉਹਦੇ ਵਿੱਚ ਇੱਕ ਬੜੀ ਪਿਆਰੀ ਸਾਖੀ ਆਉਂਦੀ ਹੈ, ਤੁਹਾਡੇ ਕੰਮ ਦੀ ਹੋਣੀ ਹੈ। ਕਹਿੰਦੇ ਪੰਜੇ ਪਾਂਡੋ ਹੈ ਨਾ, ਜਿਨ੍ਹਾਂ ਦਾ ਨਾਂ ਯੁਧਿਸ਼ਟਰ, ਅਰਜੁਨ, ਭੀਮ, ਨਕੁਲ, ਸਹਿਦੇਵ, ਇਹ 5 ਸਨ ਭਰਾ। ਇਹ 5 ਨੂੰ ਘਰ-ਬਾਰ ਛੱਡ ਕੇ ਗੁਪਤਵਾਸ ਰਹਿਣਾ ਪੈ ਗਿਆ। ਇਹ ਤੁਰਦੇ ਤੁਰਦੇ ਇੱਕ ਇਹੋ ਜਿਹੀ ਥਾਂ 'ਤੇ ਪਹੁੰਚੇ ਜਿੱਥੇ ਪਾਣੀ ਨਹੀਂ ਸੀ। ਬੜੀ ਕਮਾਲ ਦੀ ਗੱਲ ਹੈ, ਬੜੀ ਸਿੱਖਿਆ ਆਏਗੀ ਤੁਹਾਨੂੰ ਇਹਦੇ 'ਚੋਂ। ਜੇ ਇਹੋ ਜਿਹੀ ਥਾਂ ਪਹੁੰਚ ਗਏ ਉੱਥੇ ਪਾਣੀ ਦੀ ਬੜੀ ਦਿੱਕਤ ਆ।
ਇਹਨਾਂ 'ਚੋਂ ਇੱਕ ਜਣਾ ਇਹਨੂੰ ਆਖਿਆ ਵੀ ਪਾਣੀ ਲਿਆਓ ਵੀ ਜਾ ਕੇ। ਉਹ ਚੱਲਦਾ ਚੱਲਦਾ ਪਹੁੰਚਿਆ ਇੱਕ ਤਲਾਬ ਜੇ 'ਤੇ ਪਹੁੰਚਿਆ, ਪਾਣੀ ਦਾ ਭਾਂਡਾ ਭਰਨ ਲੱਗਾ। ਜਦੋਂ ਪਾਣੀ ਦਾ ਭਾਂਡਾ ਭਰਨ ਲੱਗਾ, ਉੱਥੇ ਇੱਕ ਦਰਖਤ ਦੇ ਉੱਤੇ ਇੱਕ ਪੰਛੀ ਬੈਠਾ, ਉਹਨੂੰ ਯਕਸ਼ ਕਹਿੰਦੇ ਸਨ, ਯਕਸ਼। ਉਹਨੇ ਪੰਛੀ ਨੇ ਉਹਨੂੰ ਆਖਿਆ ਵੀ ਗੱਲ ਸੁਣ ਸਹਿਦੇਵ, ਪਾਣੀ ਤਾਂ ਲੈ ਜਾ, ਪਾਣੀ ਤਾਂ ਨਹੀਂ ਰੋਕਦਾ, ਪਰ ਪਾਣੀ ਤੈਨੂੰ ਮੈਂ ਤਾਂ ਲਿਜਾਣ ਦਊਂਗਾ, ਜਾਊਗਾ ਤੇਰੇ ਨਾਲ ਪਾਣੀ ਤਾਂ, ਮੇਰਾ ਇੱਕ ਸਵਾਲ ਆ, ਉਹਦਾ ਉੱਤਰ ਦੇਣਾ ਪੈਣਾ ਤੈਨੂੰ। ਪਰ ਇਹਦੇ 'ਚ ਉਹ ਕਹਿੰਦਾ ਦੇ ਦਿੰਦਾ ਉੱਤਰ। ਕਹਿੰਦਾ ਸੋਚ ਕੇ ਬੋਲੀ, ਇਹਦੇ 'ਚ ਇੱਕ ਥੋੜ੍ਹੀ ਜਿਹੀ ਪਰੇਸ਼ਾਨੀ ਵਾਲੀ ਗੱਲ ਇਹ ਹੈ ਵੀ ਜੇ ਤਾਂ ਉੱਤਰ ਦੇ ਦਵੇਂ ਫਿਰ ਤਾਂ ਪਾਣੀ ਲੈ ਜਾ, ਪਰ ਜੇ ਨਾ ਦਿੱਤਾ ਪੱਥਰ ਬਣ ਜਾਏਗਾ। ਉੱਤਰ ਨਾ ਦਿੱਤਾ ਸਾਡੇ ਸਾਰਿਆਂ ਨਾਲ ਬਣਦੀ ਹੈ ਇਹ। ਉਹ ਥੋੜ੍ਹਾ ਛਛੋ ਪੰਜ ਪੈ ਗਿਆ, ਪਾਣੀ ਬਿਨਾਂ ਰਹਿ ਵੀ ਨਹੀਂ ਹੁੰਦਾ। ਕਹਿੰਦਾ ਚੱਲ ਪੁੱਛ। ਉਹਨੇ ਸਵਾਲ ਕੀਤਾ, ਕਹਿੰਦਾ ਮਨੁੱਖ ਦੇ ਸੰਦਰਭ ਵਿੱਚ ਸਵਾਲ ਹੈ, ਸਭ ਤੋਂ ਅਨੋਖੀ ਗੱਲ ਕਿਹੜੀ ਹੈ? ਹੋਰ ਸੌਖੇ ਕਰਦਾ ਵੀ ਬੰਦੇ ਦੇ ਸੰਬੰਧ ਵਿੱਚ, ਬੰਦੇ ਬਾਰੇ ਜੇ ਪੁੱਛੀਏ, ਉਹ ਗੱਲ ਕਿਹੜੀ ਹੈ ਜਿਹੜੀ ਹੈਰਾਨੀਜਨਕ ਹੈ? ਉਹਨੇ ਜੀ ਜਿਹੜਾ ਉੱਤਰ ਦਿੱਤਾ ਉਹ ਗਲਤ ਸੀ। ਜਦ ਉਹਨੂੰ ਉੱਤਰ ਨਹੀਂ ਆਇਆ, ਉਹ ਪੱਥਰ ਬਣ ਗਿਆ। ਦੂਜਾ ਭਰਾ ਸੋਚਦਾ ਵੀ ਆਇਆ ਨਹੀਂ, ਮੈਂ ਦੇਖਾਂ ਜਾ ਕੇ ਝੀਲ ਕਿਨਾਰੇ, ਉੱਥੇ ਪਾਣੀ ਦਾ ਲੋਟਾ ਪਿਆ, ਬੰਦਾ ਹੈ ਨਹੀਂ, ਪੱਥਰ ਪਿਆ। ਉਹਨੇ ਆਲੇ ਦੁਆਲੇ ਦੇਖਿਆ ਵੀ ਪਤਾ ਨਹੀਂ ਕਿੱਧਰ ਲੰਘ ਗਿਆ। ਉਹਨੇ ਪਾਣੀ ਉਹਨੇ ਭਰ ਲਿਆ, ਦੂਜੇ ਨੇ। ਉਹ ਫੇਰ ਬੋਲ ਪਿਆ, ਉਹ ਕਹਿੰਦਾ ਬਈ ਤੇਰੇ ਵਰਗਾ ਪਹਿਲਾਂ ਵੀ ਆਇਆ ਸੀ, ਆ ਪਿਆ ਪੱਥਰ ਬਣਿਆ। ਕਹਿੰਦਾ ਪਾਣੀ ਲੈ ਜਾ ਪਰ ਉੱਤਰ ਦੇ ਦੇ। ਪ੍ਰਸ਼ਨ ਫੇਰ ਉਹੀ ਹੈ, ਬੰਦੇ ਦੇ ਸੰਬੰਧ ਵਿੱਚ ਸਭ ਤੋਂ ਹੈਰਾਨ ਕਰ ਦੇਣ ਵਾਲੀ ਕਿਹੜੀ ਗੱਲ ਹੈ? ਮਨੁੱਖ ਦੇ ਸੰਦਰਭ ਵਿੱਚ ਸਭ ਤੋਂ ਹੈਰਾਨੀਜਨਕ ਕਿਹੜੀ ਗੱਲ ਹੈ? ਉਹ ਤੋਂ ਵੀ ਜਾਣੀ ਗੱਲ ਦਾ ਉੱਤਰ ਨਾ ਆਇਆ। ਬਹੁਤਾ ਬਾਰ ਕੀ ਕਹਾਂ, 5 ਸਨ, 4 ਤੋਂ ਉੱਤਰ ਨਾ ਆਇਆ। ਅਰਜਨ ਵੀ ਭੀਮ ਵੀ ਉੱਥੇ ਹੀ ਰਹਿ ਗਏ। ਬਾਅਦ ਵਿੱਚ ਸਭ ਤੋਂ ਇਹਨਾਂ ਦਾ ਵੱਡਾ ਭਰਾ ਆਇਆ। ਫਿਰ ਉਹਨੂੰ ਪੁੱਛਿਆ, ਕਹਿੰਦਾ ਵੀ ਪਹਿਲਾਂ ਵੀ ਬੰਦੇ ਆਏ ਸੀ, ਮੈਨੂੰ ਲੱਗਦਾ ਤੇਰੇ ਭਰਾ। ਉਹ ਕਹਿੰਦਾ ਮੇਰੇ ਭਰਾ ਆਏ ਸੀ, ਆ ਪਏ ਆ। ਕਹਿੰਦਾ ਲੈ ਜਾ ਛਡਾ ਕੇ। ਛੱਡ ਦੇ। ਕਹਿੰਦਾ ਉੱਤਰ ਦੇਣਾ ਪੈਣਾ ਮੇਰੀ ਗੱਲ ਦਾ। ਪ੍ਰਸ਼ਨ ਫੇਰ ਉਹੀ ਇੱਕੋ ਹੀ ਹੈ। ਉਹ ਕਹਿੰਦਾ ਤੂੰ ਕਿਉਂ ਪੰਗਾ ਕਰ ਰਿਹਾ, ਸਾਡੇ ਬੰਦਿਆਂ ਨੂੰ ਪੱਥਰ ਬਣਾ ਰਿਹਾ? ਤੂੰ ਕਿਹੜੇ ਪ੍ਰਸ਼ਨ ਦਾ ਉੱਤਰ ਲੈਣਾ ਚਾਹੁੰਦਾ? ਤੈਨੂੰ ਕੀ ਇਹਦੇ 'ਚ ਲਾਭ ਆ? ਉਹ ਕਹਿੰਦਾ ਮੇਰਾ ਲਾਭ ਵੀ ਇਹ 'ਚ, ਜੇ ਸਹੀ ਉੱਤਰ ਮਿਲੂ ਮੈਂ ਆ ਪੰਛੀ ਦੀ ਜੂਨ 'ਚੋਂ ਨਿਕਲਾਂਗਾ। ਗਿਰਜ ਦੀ ਜੂਨ 'ਚ ਪਿਆ ਮੈਂ, ਜੇ ਸਹੀ ਉੱਤਰ ਮਿਲੂ ਮੈਂ ਆ ਦੇਵਤਾ ਸਰਾਪਿਆ ਹੋਇਆ, ਉੱਤਰ ਲੈਣ ਲਈ ਆਇਆ। ਇੱਕ ਉੱਤਰ ਲੈਣ ਲਈ ਦੇਵੀ ਉਹਦੇ 'ਚੋਂ, ਲੋਕ 'ਚੋਂ, ਦੇਵ ਲੋਕ 'ਚੋਂ। ਜੇ ਮੈਨੂੰ ਸਹੀ ਮਿਲ ਜਾਊਗਾ, ਮੇਰੀ ਵੀ ਆ ਗੰਦੀ ਜੂਨੀ ਛੁੱਟ ਜਾਏਗੀ ਅਤੇ ਮੈਂ ਵੀ ਅੱਗੇ ਆਪਣੇ ਦੇਸ਼ 'ਚ ਜਾਵਾਂਗਾ ਤਾਂ ਤੇਰੇ ਬੰਦੇ ਵੀ ਬਚ ਜਾਣਗੇ। ਮੇਰਾ ਵੀ ਇਸ 'ਚ ਇਹ ਪ੍ਰਯੋਜਨ ਹੈ। ਸਵਾਲ ਉਹਨੂੰ ਉਹੀ ਕੀਤਾ, ਮਨੁੱਖ ਦੇ ਸੰਦਰਭ ਵਿੱਚ ਸਭ ਤੋਂ ਅਨੋਖੀ ਗੱਲ ਕਿਹੜੀ? ਉਹਨੇ ਉੱਤਰ ਦੇ ਦਿੱਤਾ ਜੀ। ਉਹਨੇ ਜਿਹੜਾ ਉੱਤਰ ਦਿੱਤਾ ਨਾ, ਬਿਲਕੁਲ ਸਹੀ ਸੀ। ਉਹਦੇ ਨਾਲ ਉਹਦੇ ਭਰਾ ਵੀ ਪੱਥਰ ਜੂਨੀ 'ਚੋਂ ਨਿਕਲ ਗਏ ਅਤੇ ਉਹ ਬੰਦਾ ਵੀ ਦੇਵਤਾ ਬਣ ਗਿਆ। ਉੱਤਰ ਪਤਾ ਕੀ ਦਿੱਤਾ ਸੀ? ਉਹਨੇ ਪੁੱਛਿਆ ਮਨੁੱਖ ਦੇ ਸੰਦਰਭ ਵਿੱਚ ਸਭ ਤੋਂ ਅਨੋਖੀ ਗੱਲ ਕਿਹੜੀ? ਉਹ ਕਹਿੰਦਾ ਮਨੁੱਖ ਦੇ ਸੰਦਰਭ ਵਿੱਚ ਸਭ ਤੋਂ ਅਨੋਖੀ ਗੱਲ ਇਹ ਕਿ ਇਹ ਬੰਦਾ ਆਪਣੇ ਅਨੁਭਵ ਤੋਂ ਕੱਖ ਨਹੀਂ ਸਿੱਖਦਾ, ਕੁਛ ਨਹੀਂ ਸਿੱਖਦਾ। ਰੋਜ਼ ਇਹਦੇ ਨਾਲ ਬਣਦੀ ਹੈ, ਛਿੱਤਰ ਪੈਂਦੇ ਆ, ਚੋਟਾਂ ਖਾਂਦਾ, ਫਿਰ ਉਹੀ ਕੁਛ ਕਰੀ ਜਾਂਦਾ। ਰੋਜ਼ ਨਾਲ ਦੇ ਸਾਥੀ ਜਾ ਰਹੇ ਹੈ, ਉਹਨਾਂ ਨੂੰ ਮੋਢਿਆਂ 'ਤੇ ਚੁੱਕੀ ਜਾ ਰਿਹਾ ਹੈ, ਨਾਲੇ ਖਿੱਲਾਂ ਸੁੱਟਦਾ ਜਾਂਦਾ, ਨਾਲੇ ਖਿੱਲਾਂ ਸੁੱਟਦਾ ਲੋਕਾਂ ਨੂੰ ਕਹਿੰਦਾ ਰਾਮ ਨਾਮ ਸੱਤ ਹੈ। ਮੋਢੇ 'ਤੇ ਚੁੱਕੀ ਜਾ ਰਿਹਾ ਬੰਦੇ ਨੂੰ, ਕਿਉਂਕਿ ਫਿਰ ਉਦੋਂ ਹੁੰਦਾ ਵੀ ਬੰਦੇ ਤਾਂ ਆ ਜਾ ਰਹੇ ਆ, ਬੰਦੇ ਤਾਂ ਮਰ ਰਹੇ ਆ, ਬੰਦੇ ਨਹੀਂ ਸੱਚ ਹੈਗੇ, ਸੰਸਾਰ ਨਹੀਂ ਸੱਚ। ਮੋਢੇ 'ਤੇ ਚੁੱਕਦਾ, ਨਾਲ ਲੋਕਾਂ ਨੂੰ ਕਹਿੰਦਾ ਉਹ ਰਾਮ ਨਾਮ ਸੱਤ ਹੈ, ਵੀ ਸੱਚ ਤਾਂ ਪਰਮੇਸ਼ਰ ਦਾ ਨਾਮ ਹੈ। ਅਤੇ ਉਹਦਾ ਸੰਸਕਾਰ ਵੀ ਨਹੀਂ ਹੁੰਦਾ। ਉਦੋਂ ਪਹਿਲਾਂ ਕਹਿੰਦਾ ਮੈਨੂੰ ਫੋਨ ਆ ਗਿਆ, ਕੰਮ 'ਤੇ ਜਾਣਾ, ਮੈਂ ਥੋੜ੍ਹਾ ਜਾਣਾ ਕਿਤੇ, ਮੈਂ ਕਿਤੇ ਵਿਆਹ 'ਤੇ ਜਾਣਾ।
ਇਹ ਨਹੀਂ ਕਿ ਤੁਸੀਂ ਨਾ ਜਾਓ, ਇਸ ਗੱਲ 'ਤੇ ਵੀ ਆਪਾਂ ਹਾਮੀ 'ਚ ਨਹੀਂ ਵੀ ਤੁਸੀਂ ਕਿਸੇ ਦੇ ਵਿਆਹ 'ਚ ਨਾ ਜਾਓ, ਜਾਓ, ਪਰ ਇਸ ਚੀਜ਼ ਨੂੰ ਪੱਲੇ ਬੰਨ੍ਹ ਲਓ। ਜੇ ਇਹਨੂੰ ਬੰਨ੍ਹ ਲਓ ਪੱਲੇ, ਉੱਤਰ ਮਿਲ ਗਿਆ ਜ਼ਿੰਦਗੀ ਦਾ। ਪੱਥਰ ਜੂਨੀ ਤੋਂ ਬਚ ਜਾਓਗੇ, ਗਿਰਜਾਂ ਇਤਿਆਦਿਕ ਤੋਂ ਬਚ ਜਾਓਗੇ। ਜਿਹਨੂੰ ਵੀ ਉੱਤਰ ਮਿਲਿਆ ਇਹ ਜ਼ਿੰਦਗੀ ਦਾ ਸੱਚ, ਜਿਹਨੇ ਅਨੁਭਵ ਸਮਝਿਆ, ਉਹ ਦੇਵ ਲੋਕ 'ਚ ਗਿਆ, ਨੇੜੇ ਤੇੜੇ ਨਹੀਂ ਰੁਕਦਾ। ਜਣੀ ਅਸੀਂ ਸਾਰੇ ਉਸ ਪਰਮੇਸ਼ਰ ਦੀਆਂ ਅੰਸ਼ਾਂ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ। ਨਿਰਮਲ ਬੂੰਦ ਹੈ ਆਕਾਸ਼ ਦੀ, ਪਰ ਵਿਕਾਰਾਂ ਦੀ ਭੂਮੀ 'ਤੇ ਡਿੱਗ ਗਈ ਹੈ। ਬਿਨ ਸੰਗਤਿਓਂ ਮਨ ਨਹੀਂ ਹੋਏ ਗਈ ਭੱਠ-ਛਾਰ। ਭੱਠੀ ਦੇ ਵਿੱਚ ਡਿੱਗ ਕੇ ਬੂੰਦ ਪਵਿੱਤਰ ਤੋਂ ਪਵਿੱਤਰ ਵੀ ਸੜ ਜਾਏਗੀ ਜੀ। ਇਉਂ ਹੀ ਅਸੀਂ ਵੀ ਆਪਣੇ ਜੀਵਨ ਦੀ ਇਸ ਗੱਲ ਨੂੰ ਸਮਝ ਨਹੀਂ ਰਹੇ ਜੀ, ਨਹੀਂ ਸਮਝ ਰਹੇ। ਮਹਾਰਾਜ ਕਹਿੰਦੇ, ਜੇ ਧੰਦੇ ਮੈਂ ਓਏ ਲਪਟਾਏ, ਉਨ ਤੇ ਦੁੱਗਣ ਦਿੜੀ ਉਨ ਮਾਏ। ਜਿਹੜੇ ਧੰਦੇ 'ਚ ਸਾਡੇ ਵੱਡੇ ਬਜ਼ੁਰਗ ਚੱਲ ਗਏ, ਦੇਖ ਲਏ ਅਸੀਂ ਜਾਂਦੇ, ਉਹਨਾਂ ਤੋਂ ਦੁੱਗਣੀ ਘੁੱਟ ਕੇ ਰੱਸੀ ਅਸੀਂ ਬੰਨ੍ਹ ਲਈ ਹੋਰ। ਅਸੀਂ ਆਖਿਆ ਬਾਪੂ ਨੂੰ ਨਹੀਂ ਆਉਂਦਾ ਸੀ ਕੰਮ ਕਰਨਾ, ਉਹਨੂੰ ਨਹੀਂ ਸੀ ਤਰੀਕਾ, ਮੈਂ ਕਰੂੰਗਾ। ਰੰਗ ਰੁੰਗ ਜੇ ਮਾਰ ਕੇ ਪੋਚੇ ਪੂਚੇ ਜੇ ਲਾ ਕੇ ਆਪ ਹੁਣ ਘੱਟ ਬਹਿੰਦਾ ਸੀ, ਮੈਂ ਜ਼ਿਆਦਾ ਬੈਠਿਆ ਕਰੂੰ। ਦੁੱਗਣਾ ਕਰ ਲਿਆ ਕੰਮ। ਮਹਾਰਾਜ ਕਹਿੰਦੇ ਦੁੱਗਣੀ ਖਿੱਚ ਪਾਈ ਬੈਠਾ ਹੈ। ਪਰ ਉਹ ਵੇਲਾ ਕਛ ਚੀਤ ਨਾ ਆਵੈ। ਮਹਾਰਾਜ ਕਹਿੰਦੇ ਪਰ ਉਹ ਵੇਲਾ ਇਹਨੂੰ ਚੇਤੇ ਨਹੀਂ ਆ ਰਿਹਾ, ਉਹ ਸਮਾਂ ਨਹੀਂ ਯਾਦ ਕਰ ਰਿਹਾ ਕਿ ਜਦੋਂ ਸਾਹਮਣੇ ਆ ਕੇ ਖੜ ਜਾਣਾ ਨਾ ਯਮ ਨੇ, ਜਮਦੂਤ ਨੇ ਸਾਹਮਣੇ ਆ ਕੇ, ਉਹਨੇ ਕਹਿਣਾ ਚੱਲ ਚੱਲੀਏ, ਚੱਲ ਮਾਰ ਛਾਲ ਚੱਲੀਏ ਮੱਲਾ। ਇਹ ਕਹਿੰਦਾ ਜੀ 2 ਦਿਨ ਤਾਂ ਦੇ ਦਿਓ। ਉਹ ਕਹਿੰਦਾ 2 ਦਿਨ ਨਹੀਂ, ਜਾਣਾ ਪੈਣਾ। ਕਹਿੰਦਾ ਜੀ ਸ਼ਾਮ ਤੱਕ ਨਬੇੜ ਲਾਂ ਕੰਮ ਜਾ। ਉਹ ਕਹਿੰਦਾ ਨਾ ਸ਼ਾਮ ਤੱਕ ਨਹੀਂ, ਘੰਟਾ। ਕਹਿੰਦਾ ਨਾ, ਮਤਲਬ ਉਹ ਕਹਿੰਦਾ ਹੁਣੇ ਚੱਲਣਾ ਪੈਣਾ। ਇਹ ਕਹਿੰਦਾ ਜੀ ਮੈਨੂੰ ਕੁਛ ਟਾਈਮ ਦੇ ਦਿਓ, ਲਿਹੂ ਨਵੇੜ ਆਜ ਕੀ ਰਾਤੀ। ਮੈਂ ਅੱਜ ਦੀ ਰਾਤ 'ਚ ਸਾਰਾ ਕੰਮ ਕੁੰਮ ਜਾ ਨਬੇੜ ਲੂੰਗਾ, ਸਾਰਾ ਲੈਣ ਦੇਣ ਜਾਓ। ਕਹਿੰਦੇ ਨਾ ਚੱਲ ਚਲੋ। ਸ਼ਤਾਬ ਦੀਵਾਨ ਬੁਲਾਇਆ, ਸ਼ਤਾਬ ਹੁੰਦਾ ਕਾਹਲੀ, ਛੇਤੀ ਚੱਲ, ਬੁਲਾਇਆ ਕਚਹਿਰੀ 'ਚ, ਅੱਜ ਹੁਕਮ ਹੈ। ਕਹਿੰਦੇ ਇਹਨੂੰ ਚੇਤੇ ਨਹੀਂ ਆ ਰਿਹਾ ਵੀ ਜਦੋਂ ਉਹ ਵੇਲਾ ਆ ਗਿਆ, ਉਹ ਵੇਲਾ ਨਹੀਂ ਸੁੱਝੀ ਜਬ ਆਏ ਪਰੈ ਜਮ ਫੰਦ। ਜਦੋਂ ਫਾਹੀ ਪੈ ਗਈ ਦੂੜਾ ਆਇਓ ਏ ਜਮੈ ਤਣਾ ਤਿੰਨ ਅੱਗ ਲੜਾਇਆ, ਮੈਂ ਰਹਿਣ ਨਾ ਜਾਈ। ਜਦੋਂ ਆ ਗਿਆ ਤਾਣ ਵਾਲੇ ਜ਼ੋਰ ਵਾਲੇ, ਉਹਨਾਂ ਅੱਗੇ ਤੇਰੇ ਤੋਂ ਰਹਿ ਹੀ ਨਹੀਂ ਹੋਣਾ। ਤੂੰ ਰਹਿਣਾ ਚਾਹੇ ਕਿਵੇਂ ਰਹਿ ਜਾਏਗਾ? ਕੋਈ ਰਹਿ ਗਿਆ ਅਜੇ ਤੱਕ? ਦੱਸ ਦਿਓ ਵੀ ਰਹਿ ਗਿਆ ਕੋਈ ਦਿਖਾ ਦਿਓ ਵੀ ਉਹ ਬੰਦਾ ਤਾਂ ਰਹਿ ਗਿਆ ਸੀ ਜੀ। ਉਹ ਨਹੀਂ ਗਿਆ ਜੀ, ਉਹ ਤਾਂ ਰੁਕ ਗਿਆ ਸੀ। ਉਹ ਤਾਂ ਬੜਾ ਤਾਕਤ ਵਾਲਾ। ਆਹਾ, ਵੱਡੇ ਵੱਡੇ ਦੇਸ਼ਾਂ ਦੇ ਰਾਜੇ ਮਹਾਰਾਜੇ, ਵੱਡੀਆਂ ਵੱਡੀਆਂ ਸੈਨਾਵਾਂ ਦੇ ਮਾਲਕ, ਭੂਮੀ ਪਤਾ, ਉਹ ਲੈ ਗਿਆ ਚੁੱਕ ਕੇ ਸਭ ਨੂੰ। ਪਤਾ ਹੀ ਨਹੀਂ ਰੋਕੂ ਕਿਹੜਾ। ਵੱਡੇ ਵੱਡੇ ਰਾਜੇ ਆਪਣੇ ਆਪ ਨੂੰ ਇੰਨਾ ਸਿਕਿਉਰ ਕੀਤਾ। ਇੱਕ ਰਾਜੇ ਨੇ, ਬਾਣੀ 'ਚ ਵੀ ਸ਼ਬਦ ਆਉਂਦਾ ਉਹਦਾ, ਉਹ ਬੰਦੇ ਨੇ ਇੰਨਾ ਸਿਕਿਉਰ ਕੀਤਾ ਕਿ ਮੈਂ ਮਰਾਂ ਨਾ। ਉਹਨੂੰ ਪਹਿਲਾਂ ਕਿਸੇ ਸੰਤ ਨੇ ਦੱਸਦਾ ਤੇਰੀ ਮੌਤ ਹੋਊਗੀ ਸੱਪ ਦੇ ਡੰਗ ਨਾਲ। ਤੇ ਰਾਜਾ ਜਨਮੇਜਾ, ਬਾਣੀ 'ਚ ਆਉਂਦਾ, ਰਾਜਾ ਜਨਮੇਜਾ ਦੇ ਮੱਤੀ ਬਰਜ ਵਿਆਸ ਪੜ੍ਹਾਇਆ, 3 ਕਰ ਜਗ 18 ਕਾਏ, ਕਿਰਤ ਨਾ ਚੱਲੇ ਚਲਾਇਆ। ਉਹਨੂੰ ਵੀ ਕਿਹਾ ਸੀ, ਸਰਾਪ ਹੋ ਗਿਆ ਸੀ। ਉਹਨੇ ਜੀ ਗੰਗਾ ਨਦੀ ਦੇ ਵਿੱਚ ਪਾਣੀ ਉਹ ਬਣਾ ਲਿਆ, ਗੰਗਾ ਨਦੀ ਦੇ ਵਿੱਚ ਸ਼ੀਸ਼ੇ ਦਾ ਮਹਿਲ ਵਿਚਕਾਰ, ਵੀ ਇੰਨਾ ਕੀੜੀ ਵੀ ਦਿਖਦੇ, ਸ਼ੀਸ਼ੇ ਦਾ ਮਹਿਲ ਕੱਚ ਦਾ। ਤੇ ਜਿਹੜਾ ਟਾਈਮ ਦੱਸਿਆ ਸੀ ਨਾ ਵੀ ਇਸ ਟਾਈਮ ਤੇਰੀ ਮੌਤ ਆਏਗੀ,
उस टाइम दरवाजे लवा के बाहर पहरेदार खड़ा के आप अंदर 7वें दरवाजे दे विच बैठा सी भी सप ये भी दसदा सी सप की डंग नाल मौत होएगी भी सप की कीड़ी भी नहीं आउण देनी आप मारूगा तो सप ना कहंदा ते एन टाइम पूरा हो गया पंडित जी आ गए आरती करन लगे राजे दी टाइम हो गया आरती का आरती करन लगे तो थाली आरती वाली उहदे च फुੱਲ पिया सी एक छोटा जिहा एडा ਉਹਨੂੰ ਦਿੱਤਾ ਉਹਨੇ चुक्या ਐ ਸੰਗਿਆ मत्थे ਨੂੰ लाया ਉਹਦੇ ਵਿੱਚ एडा क ਬਣਿਆ बैठा सी तखी तक्षनाग ਕਹਿੰਦੇ ਉਹਨੇ ਮਾਰਿਆ ਇੱਥੇ ਡੰਗ ਜਿਉਂ ਮਾਰਿਆ ਉੱਥੇ मौत हो गई ਜਾਣੀ किन्ने भी यतन बहुत कुछ करे बहुत बलवंत करता बड़े बलवंत यतन करे बहुत यतन करता बलवंतकारी चतुर दिसै बड़ा चतुर है बड़ा सियाना है पर साध संगत जदों आ गई मौत उदों फिर रह नहीं सकना पर कहंदे ओह वेला कछ चीत न आवे ਉਹ ਵੇਲੇ ਨੂੰ याद ही नहीं कर रहा ਮੰਨਦਾ ही नहीं ये कहता दूजे जाते होणगे मैं नहीं जाना ਉਹ चल गया भी मैं नहीं जाना बिन सजाए ताहूं लपटावै सतगुरु जी कहते जिहड़ी चीज़ नाशवंत है ना जी जिहड़ी सदा रहण वाली नहीं ਉਹਦੇ नाल लपटिया फिरदा ਉਹਦੇ नाले गलवकड़ियां पाउंदा भी आही आ तां मेरी हो है मैं ले जानी है रहाओ विश्राम दे के समझाउंदे आसा बंदी मूर्ख देह आसा बंदी मूर्ख देह महाराज कहंदे ये मूर्ख है देही है जिहड़ी बड़ियां आसां करी बैठा है आसा विच फसिया फिरदा है बहुत आसा इनू बड़ी लम्मी आसा है आ बन जाए आ बन जाए ओ बन जाए छड़दा ही नहीं आस आसा बंदी मूर्ख दे मूर्ख बंदे दी देही जिहड़ा मनुखा जीवन ये देही मिली है बड़ी कीमती है ये जी आसां विच लग के ना संसारक ख्वाहिशां विच ही अपनी जिंदगी लंघा दिंदा काम क्रोध लपटिओ स्नेह महाराज कहंदे कदे काम कदे क्रोध इन्हां चीज़ां दे स्नेह जणी प्यार विच ही काम क्रोध लपटिओ स्नेह इन्हां दे स्नेह हुंदा है मोह इन्हां दे मोह विच ही फसिया रहिंदा कदे काम कदे क्रोध कदे इन्हां चीज़ां च देखो तो तुसीं अपनी आपां सारे ही अपनी जिंदगी च नज़र मारी ਉਹੀ चीज़ां बार बार करते हैं होर की है काम क्रोध तुसीं वेखो भी किहड़ी चीज़ है जिहड़ी तुसीं नहीं वेखी क्रोध किते तुसीं कीता नहीं दिन च 50 वार तुहानूं क्रोध आउंदा कदे छोटी जी गल ते क्रोध तां इन्ना भैड़ा ज़्यादा आ जांदा है अपने निआणिआं नूं जिन्हां नूं मापे बहुत प्यार करदे उन्हां नूं भी चपेड़ां कढ मारदा है क्रोध ऐसा है धक्के मारदा है अपने बजुर्गां नूं मापिआं नूं क्रोध आउंदा ज़्यादा किन्ना भैड़ी वादी है किन्नी भैड़ी है पर बार बार तो खड़ा नहीं छडाउंदा बाबा फरीद जी कहंदे फरीदा बुरे दा भला कर गुस्सा मन ना हंडाए देही रोग ना लगे पल्ला सब किश पाए बहुत भैड़ी चीज़ है ये क्रोध पर बार बार इहदे विच जांदा है फिर काम वाशना पता है भी लोकां च बदनामी हुंदी है बुरे कम्मां नाल बहुत नाराज़गी हुंदी है लोगां दी किते माड़ी जी गल भी हो जाए बड़ा औखा है लोकी ते आम कहंदे खंभां तो डारां बनदियां भी किते ना खंभ मिल गया खंभां तो डारां बनण दा इह हुंदा भी किते कोई बंदा जा रहा सी खंभ किते लभ पिया उहने अंदाज़ा लाया भी इत्थे खंभ सी इत्थे पंछी होना जरूर पंछी आया बई इत्थे वो दूजे ने कहा नहीं कल्ला पंछी नहीं डार आई होनी
ਉਹ ਕਹਿੰਦਾ ਡਾਰ ਨਹੀਂ, ਕਈ ਡਾਰਾਂ ਆਈਆਂ ਹੋਣੀਆਂ ਇੱਥੇ। ਉਹ ਖੰਭ ਪਤਾ ਨਹੀਂ ਕਿੱਧਰੋਂ ਉੱਡ ਅੱਡ ਕੇ ਆ ਗਿਆ। ਜਾਣੀ ਇੱਕ ਖੰਭ ਲੱਭਣ ਤੋਂ ਇੱਕ ਪੰਛੀ ਬਣਦਾ, ਪੰਛੀ ਤੋਂ ਡਾਰ ਬਣਦੀ, ਡਾਰ ਤੋਂ ਡਾਰਾਂ ਬਣਦੀਆਂ ਨੇ। ਖੰਭਾਂ ਤੋਂ ਡਾਰਾਂ ਤਾਂ ਸੁਣੀ ਦੀ, ਪਰ ਇੱਥੇ ਤਾਂ ਐਸਾ ਸਿਸਟਮ ਚੱਲਿਆ ਵੀ ਖੰਭ ਵੀ ਨਾ ਲੱਭੇ ਤਾਂ ਵੀ ਡਾਰਾਂ ਬਣਦੀਆਂ ਨੇ। ਕੋਈ ਗੱਲ ਵੀ ਨਾ ਹੋਵੇ ਤਾਂ ਵੀ ਲੋਕੀ ਗੱਲਾਂ ਬਣਾਉਂਦੇ ਆ, ਤੇ ਜੇ ਹੋਵੇ ਤੇ ਫਿਰ ਕੀ ਹਾਲ ਹੋਵੇ। ਸਭ ਤੋਂ ਜ਼ਿੰਦਗੀ ਔਖੀ ਬੰਦੇ ਦੀ, ਸਭ ਤੋਂ ਜਿਹੜੀ ਤੰਗ ਕਾਮ ਵਾਸ਼ਨਾ ਅਧੀਨ ਵਾਲਾ ਬੰਦਾ ਹੁੰਦਾ, ਬਹੁਤ ਤੰਗ ਹੁੰਦਾ। ਇਹਨੂੰ ਬੰਨਣਾ ਬਹੁਤ ਔਖਾ ਹੈ। ਤਾਂ ਜਦੋਂ ਜੇ ਇਹ ਹੋਵੇ ਨਾ, ਤੇ ਬਾਣੀ ਦਾ ਸ਼ਬਦ ਪੜ੍ਹੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਵਾਰੀ ਵਾਰੀ ਉੱਚੀ ਪੜ੍ਹੋ। ਜਿਵੇਂ ਦੁਸ਼ਮਣ ਆ ਰਿਹਾ ਹੋਵੇ ਨਾ, ਫਿਰ ਗੋਲੇ ਦਾਗੀ ਦੇ, ਫਿਰ ਇਹ ਬਚਾਉਂਦਾ ਹੈ, ਕਿਉਂਕਿ ਇਹ ਸ਼ਬਦ 'ਚ ਸਾਰੇ ਹੀ ਆ ਗਏ। ਇੱਦਾਂ ਜਦੋਂ ਬਾਣੀ ਪੜ੍ਹਾਂਗੇ ਫਿਰ ਇਹਨਾਂ ਤੋਂ ਹੁੰਦਾ। ਪਰ ਇਹ ਇੰਨੇ ਭੈੜੇ ਹੈ, ਇੰਨੇ ਭੈੜੇ, ਇੰਨੇ ਗੁਪਤ ਦੁਸ਼ਮਣ ਹੈ, ਅੰਦਰੇ ਬੈਠੇ ਤੇਰੇ ਸੁਰਤ ਵਿੱਚ। ਬਾਹਰ ਕੋਈ ਹੋਵੇ ਉਹਨੂੰ ਬੰਨ ਵੀ ਲਓ ਤੁਸੀਂ, ਇਹ ਅੰਦਰ ਬੈਠਾ ਤੇਰੇ। ਤੇ ਮਹਾਰਾਜ ਕਹਿੰਦੇ ਫਿਰ ਇਹਨਾਂ ਦੇ ਵਿੱਚ ਫਸਿਆ ਫਿਰਦਾ। ਸਮਝ ਵੀ ਹੋਵੇ। ਅਜਾਮਲ ਦੀ ਕੱਲ ਵੀ ਮੈਂ ਗੱਲ ਕੀਤੀ ਸੀ ਵੀ ਦੁਨੀਆ ਉਹਨੂੰ ਕਹਿੰਦੀ ਸੀ ਵੀ ਅਜਾਮਲ ਪਾਪੀ ਜੱਗ ਜਾਂਦਾ, ਪਰ ਉਹਦਾ ਕੀ ਉਹ ਸੀ, ਉਹਦੇ ਗੁਨਾਹ ਕੀ ਸੀ? ਉਹਦੇ ਗੁਰੂ ਨੇ ਉਹਨੂੰ ਇਹ ਵੀ ਸਮਝਾਤਾ ਸੀ, ਪੁੱਤ ਪੜ੍ਹਿਆ ਸੀ, ਬੜਾ ਵਿਦਵਾਨ ਸੀ, ਪੰਡਿਤ ਸੀ ਅਜਾਮਲ। ਉਹ ਜਦੋਂ ਪੜ੍ਹਦਾ ਸੀ, ਗੁਰੂ ਨੇ ਬੜਾ ਪੜ੍ਹਾਇਆ, ਉਹਨੂੰ ਆਖਿਆ ਕਿ ਬੇਟਾ ਇੱਕ ਗਲੀ ਸ਼ਹਿਰ ਵੀ ਇਹਦੇ ਵਿੱਚ ਦੀ ਨਹੀਂ ਲੰਘਣਾ ਤੂੰ। ਕਹਿੰਦਾ ਠੀਕ ਹੈ। 12 ਸਾਲ ਪੜ੍ਹਦਾ ਰਿਹਾ ਗੁਰੂ ਕੋਲ ਵਿੱਦਿਆ, ਪਰ ਲਾਸਟ ਦਿਨ ਜਿੱਦਣ ਪੜ੍ਹ ਕੇ ਹਟ ਗਿਆ, ਕਹਿੰਦਾ ਲੈ ਹੁਣ ਤਾਂ ਮੈਂ ਸਾਰੀ ਵਿੱਦਿਆ ਪੜ੍ਹ ਲਈ, ਗਿਆਨ ਆ ਗਿਆ। ਮੇਰਾ ਗੁਰੂ ਨਹੀਂ ਕਿਉਂ ਕਹਿੰਦਾ ਇੱਧਰ ਨਹੀਂ ਜਾਣਾ, ਲੈ ਮੈਂ ਤਾਂ ਜਾਊਂਗਾ, ਮੇਰਾ ਕੀ ਹੋ ਜਾਊਗਾ। ਬੜੇ ਇੱਦਾਂ ਦਾਅਵਾ ਕਰਦੇ, ਛਾਤੀ ਤੇ ਹੱਥ ਮਾਰ ਕੇ, ਲੈ ਮੇਰਾ ਕੋਈ ਕੀ ਕਰ ਲਓ। ਨਾਮ ਭਾਈ ਨਾ ਨਾ, ਕਬੀਰ ਕਹਿੰਦੇ ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਗ। ਦਾਵੇ ਵਾਲੇ ਹੁੰਦੇ ਤਾਂ ਸੜਦੇ ਐ, ਦਾਵਾ ਨਹੀਂ, ਇੱਥੇ ਨਹੀਂ ਚੱਲਦਾ ਦਾਵਾ। ਮਹਾਂਪੁਰਸ਼ ਹੋਏ ਰੱਬ ਦੇ ਪਿਆਰੇ, ਉਹਨਾਂ ਨੂੰ ਇੱਕ ਬੈਠੇ ਸਨ ਸੰਗਤ ਵਿੱਚ, ਇੱਕ ਦਿਨ ਇੱਕ ਬੀਬੀ ਲੰਘੀ ਜਾ ਰਹੀ ਸੀ, ਤੇ ਉਹਨੇ ਬੀਬੀ ਨੇ, ਕਈ ਬੀਬੀਆਂ ਦਾ ਸੁਭਾਅ ਹੁੰਦਾ ਇੱਦਾਂ ਹੀ ਮੂੰਹ ਫੱਟ ਜਿਹੀਆਂ ਹੁੰਦੀਆਂ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਬੋਲਣਾ। ਬੰਦੇ ਵੀ ਇੱਦਾਂ ਦੇ ਹੁੰਦੇ ਆ, ਚਲੋ ਬੀਬੀਆਂ ਦੀ ਕੀ ਤਰ੍ਹਾਂ ਦੇ ਬੰਦੇ, ਔਰਤਾਂ ਕਈ ਤਰ੍ਹਾਂ ਦੇ ਹੁੰਦੇ ਆ। ਉਹ ਕੁੱਤਾ ਲਈ ਜਾ ਰਹੀ ਸੀ, ਤੇ ਮਹਾਂਪੁਰਸ਼ਾਂ ਨੂੰ ਕਹਿੰਦੀ, ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂੰਛ ਚੰਗੀ? ਲਓ ਦੱਸ, ਇਹ ਕੋਈ ਗੱਲ ਕਹਿਣ ਦੀ ਹੈ? ਪਰ ਕਹਿ ਦਿੱਤੀ। ਬਾਬੇ ਨੇ ਕਿਹੜਾ ਤੇਰੇ ਡਲਾ ਮਾਰਿਆ ਅੱਜ ਤੇਰੇ ਕੁੱਤੇ ਦੇ, ਵੀ ਉਹਨੇ ਪੂੰਛ ਆਖਿਆ ਵੱਢ ਦੇ ਇਹਨੂੰ? ਉਹੀ, ਪਰ ਲੋਕਾਂ ਦੀ ਆਦਤ, ਸੁਭਾਅ ਹੈ, ਗੱਲਾਂ ਲੋਕੀ ਬੇਵਜ੍ਹਾ ਕਰਦੇ ਆ, ਸਮਝ ਨਹੀਂ ਲੋਕਾਂ ਨੂੰ ਵੀ ਮੈਂ ਕੀ ਬੋਲ ਰਿਹਾ, ਕੀ ਕਾਰਨ ਹੈ। ਬਾਬਾ ਤੇਰੀ ਦਾੜੀ ਚੰਗੀ ਕਿ ਕੁੱਤੇ ਦੀ ਪੂੰਛ ਮੇਰੇ ਦੀ ਚੰਗੀ? ਉਹ ਹੱਸ ਪਏ, ਬੋਲੇ ਕੁਛ ਨਹੀਂ, ਚੁੱਪ ਰਹੇ। ਫੇਰ ਕਦੇ ਲੰਘੀ ਉਧਰ ਦੀ, ਫੇਰ ਇੱਕ ਅੱਧੀ ਵਾਰ ਏਦਾਂ ਕਹਿ ਗਈ, ਬਾਬਾ ਤੇਰੀ ਆਹ ਦਾੜੀ ਚੰਗੀ ਹੈ ਕੁੱਤੇ ਦੀ ਪੂੰਛ ਚੰਗੀ? ਥੋੜੇ ਦਿਨ ਲੰਘੇ, ਮਹਾਂਪੁਰਸ਼ਾਂ ਦੀ ਵਿਦਾਇਗੀ ਦਾ ਸਮਾਂ ਆ ਗਿਆ, ਅੰਤਮ ਸਮਾਂ ਨੇੜੇ ਆ ਗਿਆ, ਜਿਹਨੂੰ ਆਪਾਂ ਮੌਤ ਕਹਿ ਦਿੰਦੇ ਹਾਂ। ਮਹਾਂਪੁਰਸ਼ਾਂ ਦੀ ਵਿਦਾਇਗੀ ਦਾ ਸਮਾਂ ਨੇੜੇ ਆਇਆ, ਤਾਂ ਪਿਆਰੇ ਖਾਲਸਾ ਜੀ, ਹੁਣ ਸੰਗੀ ਸਾਰੇ ਆਲੇ ਦੁਆਲੇ ਇਕੱਠੇ ਹੋ ਗਏ। ਉਹਨਾਂ ਨੇ ਕਹਿ ਦਿੱਤਾ, ਭਾਈ ਹੁਣ ਅੱਗੇ ਜਾਣ ਦਾ ਵੇਲਾ। ਕਹਿੰਦੇ ਸਤ ਵਚਨ ਕੋਈ ਹੁਕਮ ਮਹਾਰਾਜ? ਕਹਿੰਦੇ ਹੁਕਮ ਨਹੀਂ ਭਾਈ, ਉਹ ਬੀਬੀ ਆਉਂਦੀ ਸੀ, ਉਹਨੂੰ ਲਿਆਓ ਬੁਲਾ ਕੇ। ਲਿਆਂਦੀ ਬੁਲਾ ਕੇ, ਹਾਂ ਬਾਬਾ। ਤੇ ਉਹਨਾਂ ਦਾੜੀ ਤੇ ਹੱਥ ਮਾਰਿਆ। ਬਾਅਦ ਪੁੱਛਦੀ ਸੀ, ਤੇਰੀ ਦਾੜੀ ਚੰਗੀ ਕੁੱਤੇ ਦੀ ਪੂੰਛ? ਆ ਲੈ, ਮੇਰੀ ਦਾੜੀ ਚੰਗੀ ਹੈ ਤੇਰੇ ਕੁੱਤੇ ਦੀ ਪੂੰਛ ਨਾਲੋਂ। ਉਹ ਬਾਬਾ, ਉਹ ਤਾਂ ਤੂੰ 6 ਮਹੀਨੇ ਪਹਿਲਾਂ ਤੈਨੂੰ ਪੁੱਛਿਆ ਸੀ, ਜਿਹੜਾ ਤੂੰ ਉਦਣੇ ਕਹਿ ਦੇਣਾ ਸੀ ਵੀ ਮੇਰੀ ਦਾੜੀ ਚੰਗੀ ਸੁਣਾਉਣ। ਕਹਿੰਦਾ ਨਾ ਭਾਈ, ਕੋਈ ਪਤਾ ਨਹੀਂ, ਅਜੋ ਸੁਨਾਓ ਸਮੁੰਦਰ ਮੈਂ, ਨਾ ਜਾਨੋ ਕਿਆ ਹੋਏ।
ਹਜੇ ਤਾਂ ਇਹ ਜ਼ਿੰਦਗੀ ਦੀ ਨੌਕਾ ਸਮੁੰਦਰ ਵਿੱਚ ਹੈ ਭਾਈ, ਕੀ ਪਤਾ ਕੀ ਹੋਏਗਾ। ਕभी गर्व ना कीजिए, रंक ना हंसिया रोए, हंकार ना करो, किसी वाल देख के हासा ना करो, ने ਉਹ ਕਰਤਾ, ਉਹ ਕਰਤਾ। ਭਾਈ ਮੈਨੂੰ ਕੀ ਪਤਾ ਸੀ ਮੈਂ ਜਿਹੜਾ ਮੈਨੂੰ ਮੇਰੇ ਮਾਲਕ ਨੇ ਚੋਲਾ ਦਿੱਤਾ ਹੈ ਮੈਂ ਇਹਨੂੰ ਬੇਦਾਗ ਲੈ ਜਾਵਾਂ। ਦੁਨੀਆ ਜਾਣੇ ਨਾ ਜਾਣੇ ਪਰ ਮੇਰਾ ਅੰਦਰਲਾ ਤਾਂ ਜਾਣਦਾ ਮੈਨੂੰ। ਔਰ ਇਹਦਾ ਮਨ ਦਾ ਕੀ ਪਤਾ ਕਿਹੜੇ ਵੇਲੇ ਕਿੱਥੇ ਡੋਲ ਜੇ। ਇਹ ਬੜਾ ਭੈੜਾ ਹੈ। ਦੇ ਨੂੰ ਲੱਖਾਂ ਨਾ ਕਰ ਦੇਵੇ, ਡੋਲ ਜਾਵੇ 1 ਰੁਪਈਏ ਤੇ ਡੋਲ ਜਾਵੇ। ਉਹਨੂੰ ਦੱਬ ਕੇ ਖੜ ਜੇ ਕਿਸੇ ਨਿਆਣੇ ਦੇ ਰੁਪਈਏ ਨੂੰ ਵੀ ਇਹ ਲੰਘੂਗਾ ਤਾਂ ਚੱਕੂਗਾ। ਦੇਣ ਨੂੰ ਲੱਖਾਂ ਦੇ ਦੇਵੇ, ਇੱਦਾਂ ਦਾ ਇਹ ਬਹੁਤ ਭੈੜਾ ਮਨ ਹੈ। ਤੇ ਮਹਾਰਾਜ ਕਹਿੰਦੇ ਫਿਰ ਕਾਮ ਕ੍ਰੋਧ ਲਪਟਿਓ ਸਨੇਹ, ਇਹਨਾਂ 'ਚ ਬਹੁਤ ਮੋਹ ਹੈ, ਇਹਨੂੰ ਲਪਟਿਆ ਕਾਮ ਵਾਸ਼ਨਾ ਦਾ ਮਾਰਿਆ। ਤੁਸੀਂ ਕਿਤੇ ਹੈਰਾਨ ਰਹੋਗੇ। ਰਾਜਾ ਭਰਥਰੀ, ਤੁਸੀਂ ਸੁਣਿਆ ਹੋਣਾ ਨਾਮ, ਭਰਥਰੀ ਹਰੀ। ਉਹਦੇ 3 ਆਮ ਤੌਰ 'ਤੇ ਸੰਪਰਦਾ ਦੇ ਅੰਦਰ ਇੱਕ ਗ੍ਰੰਥ ਪੜ੍ਹਾਉਂਦੇ ਆ। ਸਾਨੂੰ ਪੜ੍ਹਾਇਆ ਸੀ ਜਦੋਂ ਅਸੀਂ ਮਹਾਂਪੁਰਸ਼ਾਂ ਕੋਲ ਪੜ੍ਹਦੇ ਸੀ, ਉਦੋਂ ਉਹਨਾਂ ਨੇ ਪੜ੍ਹਾਇਆ ਸੀ ਸਾਨੂੰ। ਬ੍ਰਿਜ ਭਾਸ਼ਾ ਦੇ ਅੰਦਰ ਗ੍ਰੰਥ ਆਉਂਦਾ ਹੈ, ਕੀ ਨਾਮ ਉਹਦਾ, ਬੈਰਾਗ ਸ਼ਤਕ ਹੈ ਉਹਦਾ ਨਾਮ, ਬੈਰਾਗ ਸ਼ਤਕ ਭਰਥਰੀ ਹਰੀ ਦਾ। ਪਰ ਜਿਹੜੀ ਉਸ ਤੋਂ ਬਾਅਦ ਜਦੋਂ ਤੁਸੀਂ ਉਸਤਾਦਾਂ ਕੋਲੋਂ ਪੜ੍ਹਦੇ ਹੋ ਨਾ, ਉਹ ਇੱਕ ਕਹਿ ਲਓ ਰੁੜਾਨ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ। ਜਿਵੇਂ ਮਾਪੇ ਨਾ ਬੱਚੇ ਨੂੰ ਉਂਗਲ ਫੜ ਕੇ ਤੁਰਨਾ ਸਿਖਾਉਂਦੇ ਆ, ਉਸ ਤੋਂ ਬਾਅਦ ਫਿਰ ਇੱਕ ਤੁਹਾਡੀ ਕੰਮ ਚੱਲ ਪੈਂਦਾ। ਇਹ ਨਹੀਂ ਹੁੰਦਾ ਵੀ ਉਹ ਤੁਹਾਡੀ ਲਾਸਟ ਪੌੜੀ 'ਤੇ ਪਹੁੰਚ ਕੇ ਤੁਸੀਂ, ਉਹ ਨਹੀਂ ਹੋਇਆ ਕਰਦਾ। ਸਾਡੇ ਕਈ ਬੰਦਿਆਂ ਨੂੰ ਹੁੰਦਾ ਵੀ ਜੋ ਵਿਦਿਆਲੇ 'ਚ ਕਾਲਜ 'ਚ ਪੜ੍ਹ ਲਿਆ ਬਸ ਉਹੀ ਸਭ ਤੋਂ ਹਾਇਰ ਸਟੱਡੀ ਹੈ। ਨਾ, ਬੇਸਮਝੀ ਹੈ। ਉਹ ਤਾਂ ਇੱਕ ਪਹਿਲਾ ਸਟੈਪ ਹੈ ਤੁਹਾਡਾ। ਫਿਰ ਉਹ ਤੋਂ ਬਾਅਦ ਤੁਹਾਡੀ ਸ਼ੁਰੂ ਹੁੰਦੀ ਹੈ ਸੈਲਫ ਸਟੱਡੀ ਹੁੰਦੀ ਆ, ਉਹ ਤੁਹਾਨੂੰ ਪੜ੍ਹਨੀ ਪੈਂਦੀ ਹੈ। ਫਿਰ ਉਹ ਮਿਹਨਤ ਕਰਨੀ ਪੈ, ਗੁਰੂ ਲਾ ਲਵੇ। ਉਹਨਾਂ ਪੜ੍ਹਾਇਆ, ਪਰ ਉਹਨਾਂ ਦੇ 2 ਗ੍ਰੰਥ ਹੋਰ ਵੀ ਹੱਥ ਲੱਗੇ। ਉਹ ਮੈਨੂੰ ਜਦੋਂ ਯੂਨੀਵਰਸਿਟੀ ਵਿੱਚ ਆਚਾਰੀਆ ਮੈਂ ਕਰਦਾ ਸੀ, ਉਸ ਟਾਈਮ ਦੀ ਗੱਲ ਹੈ। ਉਹਦੇ ਵਿੱਚ ਮੈਨੂੰ 3 ਗ੍ਰੰਥ ਉਹਦੇ ਲੱਗੇ ਹੱਥ ਸੰਸਕ੍ਰਿਤ ਦੇ। ਇੱਕ ਬੈਰਾਗ ਸ਼ਤਕ, ਇੱਕ ਸ਼ਿੰਗਾਰ ਸ਼ਤਕ, ਇੱਕ ਨੀਤੀ ਸ਼ਤਕ ਹੈ ਉਹਦਾ ਗ੍ਰੰਥ। 3 ਹੈ। ਸ਼ਤਕ ਕਹਿੰਦੇ ਆ 100 ਨੂੰ, ਜਾਣੀ ਉਹਦੇ ਜਿਹੜੇ ਗ੍ਰੰਥ ਆ ਉਹਦੇ 100 ਦੋਹਰੇ ਹੈ। ਬੈਰਾਗ ਸ਼ਤਕ ਦੇ ਵੀ 100 ਦੋਹਰੇ ਹੈ, ਨੀਤੀ ਸ਼ਤਕ ਦੇ ਵੀ 100 ਦੋਹਰੇ ਹੈ, ਰਾਜਨੀਤੀ 'ਤੇ ਲਿਖਿਆ। ਸ਼ਿੰਗਾਰ ਸ਼ਤਕ ਦੇ ਵੀ 100 ਦੋਹਰੇ ਸ਼ਲੋਕ ਹੈ 100। ਇਸ ਕਰਕੇ ਉਹਨਾਂ ਨੂੰ ਸ਼ਤਕ ਕਹਿੰਦੇ ਆ। ਅਤੇ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ, ਉਹ ਐਡਾ ਵੱਡਾ ਉਹ ਰਾਜਾ ਭਰਥਰੀ, ਸੰਗਤ ਜੀ ਤੁਹਾਨੂੰ ਪਤਾ ਘਰ ਛੱਡ ਗਿਆ ਸੀ। ਰਾਜਾ ਸੀ ਉਜੈਨ ਦਾ, ਰਾਜਾ ਸੀ, ਘਰ-ਬਾਰ ਛੱਡ ਗਿਆ। ਕਾਰਨ ਉਹਦੇ ਕਈ ਰਾਣੀਆਂ ਸੀਆਂ, ਅਤੇ ਉਹ ਇੱਕ ਰਾਣੀ ਸੀ, ਉਹਦਾ ਨਾਂ ਸੀ ਰਾਣੀ ਪਿੰਗਲਾ, ਸਭ ਤੋਂ ਛੋਟੀ ਸੀ। ਉਹਦੇ ਨਾਲ ਉਹਦਾ ਬੜਾ ਸਨੇਹ ਸੀ, ਮੋਹ ਸੀ, ਖਿੱਚ ਸੀ ਉਹਦੇ ਨਾਲ ਉਹਦੀ। ਉਹਨੂੰ ਕਿਤੇ ਰਾਜੇ ਨੂੰ ਕੀ ਹੋਇਆ ਨਾ, ਇੱਕ ਸਾਧੂ ਆਇਆ ਕੋਈ, ਉਹਨੇ ਉਹ ਰਾਜੇ ਨੂੰ ਇੱਕ ਫਲ ਦਿੱਤਾ। ਕਹਿਣ ਲੱਗਾ ਮੈਂ ਨਾ ਬੜੀ ਤਪੱਸਿਆ ਕੀਤੀ, ਮੈਨੂੰ ਇਹ ਫਲ ਮਿਲਿਆ। ਰਾਜਾ ਜੇ ਤੂੰ ਇਹ ਖਾ ਲਵੇਂ, ਇਹ 'ਚ ਇੰਨੀ ਤਾਕਤ ਹੈ, ਤੂੰ ਬੁੱਢਾ ਨਹੀਂ ਹੋਵੇਂਗਾ, ਜਵਾਨ ਰਵੇਂਗਾ। ਤਾਕਤ ਬੜੀ ਹੈ ਇਹਦੇ। ਰਾਜੇ ਨੇ ਆਪ ਨਹੀਂ ਖਾਧਾ, ਉਹਨੂੰ ਇੰਨਾ ਮੋਹ ਸੀ, ਆਪਣੀ ਰਾਣੀ ਨੂੰ ਦੇ ਦਿੱਤਾ ਉਹ ਫਲ। ਰਾਜੇ ਨੇ ਉਹਨੂੰ ਪੁੱਛਿਆ ਵੀ ਸੰਤ ਨੂੰ ਵੀ ਹੋਰ ਹੈਗਾ, 2 ਦੇ ਦੇ। ਉਹ ਕਹਿੰਦਾ ਇੱਕੋ ਹੀ ਹੈ, ਇਹ ਮੈਨੂੰ ਤਪੱਸਿਆ ਦੇ ਨਾਲ ਮਿਲਿਆ, ਵਰ ਮਿਲਿਆ ਮੈਨੂੰ। ਮੈਂ ਕਿਹਾ ਵੀ ਤੂੰ ਚੰਗਾ ਬੰਦਾ ਹੈ ਭਰਥਰੀ ਹਰੀ, ਤੂੰ ਭਲਾ ਇਨਸਾਨ ਹੈ, ਰਾਜਾ ਚੰਗਾ ਹੈ, ਮੈਂ ਆਪ ਨਹੀਂ ਲੈਣਾ, ਮੈਂ ਤੈਨੂੰ ਦੇ ਦਿੰਦਾ। ਤੂੰ ਚੰਗਾ ਰਹੇ, ਤੂੰ ਜਵਾਨ ਰਹੇ ਅਤੇ ਚੰਗੇ ਕੰਮ ਕਰੇਗਾ। ਉਹਦੇ ਮਨ 'ਚ ਆਈ, ਉਹ ਤਾਂ ਸੰਤ 'ਤੇ ਚਲਾ ਗਿਆ ਵੀ ਮੈਂ ਆਪਣੀ ਰਾਣੀ ਨੂੰ ਨਾ ਦੇ ਦੇਵਾਂ, ਪਿੰਗਲਾ ਨੂੰ ਦੇ ਦਿੱਤਾ। ਪਰ ਹੈਰਾਨੀ ਇਹ ਹੋਈ, ਅਗਲੇ ਹੀ ਦਿਨ ਇੱਕ ਉਹ ਫਲ ਭਰਥਰੀ ਕੋਲ ਦੁਬਾਰਾ ਫੇਰ ਆ ਗਿਆ। ਉਸ ਇਲਾਕੇ ਦੀ ਇੱਕ ਬੇਸ਼ਵਾ ਔਰਤ, ਬੇਸ਼ਵਾ ਕਹਿੰਦੇ ਜਿਹੜੀ ਆਪਣੀ ਜਿਸਮ ਵੇਚਦੀ ਹੋਵੇ, ਬੇਸ਼ਵਾ ਰਾਜੇ ਕੋਲ ਫੇਰ ਲਈ ਉਹ।
ਰਾਜਾ ਕਹਿੰਦਾ ਇਹ ਕੀ? ਕਹਿੰਦੀ ਜੀ ਇੱਕ ਫਲ ਹੈ ਇਹ, ਮੇਰੇ ਕੋਲ ਆਇਆ, ਇਹਨੂੰ ਅਮਰ ਫਲ ਕਹਿੰਦੇ ਆ, ਇਹਦੇ 'ਚ ਐਸੀ ਤਾਕਤ ਹੈ ਵੀ ਬੰਦਾ ਇਹਨੂੰ ਜੇ ਖਾ ਲਵੇ ਤੇ ਬੰਦਾ ਸਦਾ ਜਵਾਨ ਰਹਿੰਦਾ। ਮੈਂ ਤਾਂ ਨਹੀਂ ਖਾਧਾ, ਮੇਰੀ ਤਾਂ ਜ਼ਿੰਦਗੀ ਨਰਕ ਹੈ। ਮੈਨੂੰ ਸਮਝ ਲੱਗ ਗਈ। ਜਦੋਂ ਜਵਾਨੀ ਸੀ ਉਦੋਂ ਬੜਾ ਲੱਗਦਾ ਸੀ ਵੀ ਪਤਾ ਨਹੀਂ ਕਿਹੜੇ ਦੁਨੀਆ ਦੇ ਸੁੱਖ ਹੈ, ਪਰ ਹੁਣ ਇਹ ਜੇ ਕਰ ਚੁੱਕੀਆਂ ਪਾਪ ਸਮਝਦੀ ਹਾਂ ਮੈਂ ਹੁਣ ਵੀ ਇਹ ਪਾਪ ਤੋਂ ਛੁਟਕਾਰਾ ਹੋਵੇ ਮੇਰਾ ਜਿੰਨੀ ਛੇਤੀ। ਪਰ ਜਦੋਂ ਰਾਜੇ ਨੇ ਉਹਨੂੰ ਵੇਖਿਆ, ਰਾਜੇ ਦੇ ਤਾਂ ਦਿਮਾਗ ਘੁੰਮ ਗਿਆ, ਸਾਰਾ ਹਿੱਲ ਗਿਆ, ਜਿਹੜਾ ਅੰਦਰਲਾ ਦਿਮਾਗ ਦਾ ਸੀ ਭਾਂਡਾ। ਉਹ ਕਹਿੰਦਾ ਉਹ ਤਾਂ ਉਹੀ ਹੈ ਜਿਹੜਾ ਮੈਨੂੰ ਕੱਲ੍ਹ ਸੰਤ ਦੇ ਕੇ ਗਿਆ ਸੀ। ਉਹ ਕਹਿੰਦਾ ਵੀ ਤੇਰੀ ਚੀਜ਼ ਨੂੰ ਕਬੂਲ ਹੈ, ਪਰ ਮੈਨੂੰ ਦੱਸ ਤੈਨੂੰ ਮਿਲਿਆ ਕਿਤੇ। ਫਿਰ ਖੁੱਲ੍ਹ ਗਏ ਪੱਤੇ। ਉਹ ਕਹਿਣ ਲੱਗੀ ਮੈਨੂੰ ਤਾਂ ਤੇਰੇ ਇੱਥੇ ਘੋੜਿਆਂ ਦਾ ਜਿਹੜਾ ਨੌਕਰ ਹੈ ਨਾ ਉਹਨੇ ਦਿੱਤਾ ਮੈਨੂੰ। ਦੇਖੋ, ਜਿਹੜਾ ਤੇਰੇ ਮਹਿਲਾਂ ਵਿੱਚ ਨੌਕਰ ਹੈ ਨਾ, ਤੇਰਾ ਘੋੜਿਆਂ ਨੂੰ ਸਾਂਭਦਾ ਹੈ, ਉਹਨੇ ਮੈਨੂੰ ਦਿੱਤਾ ਹੈ। ਰਾਜੇ ਨੇ ਉਹ ਬੁਲਾ ਲਿਆ। ਉਹ ਬੇਸਵਾ ਨੂੰ ਕਹਿੰਦਾ ਉਹ ਕੀ ਕਰਨ ਆਉਂਦਾ? ਉਹ ਕਹਿੰਦੀ ਉਹ ਮੇਰੇ ਕੋਲ ਆਉਂਦਾ, ਇੱਥੇ ਮੇਰੇ ਨਾਲ ਮੋਹ ਆ ਦਾ ਸਨੇਹ ਹੈ, ਮੈਨੂੰ ਉਹ ਮੁਹੱਬਤ ਕਰਦਾ, ਮੈਨੂੰ ਕਹਿੰਦਾ ਵੀ ਦੁਨੀਆ ਦੀ ਹਰ ਸ਼ੈ ਤੇਰੇ ਤੋਂ ਕੁਰਬਾਨ, ਤੂੰ ਮੇਰੇ ਲਈ ਸਭ ਤੋਂ ਪਹਿਲੇ ਹੈ। ਤਾਂ ਉਹਨੇ ਅਮਰ ਵਸਤੂ ਦਿੱਤੀ। ਉਹਨੇ ਉਹਨੂੰ ਬੁਲਾ ਲਿਆ। ਕਹਿੰਦੇ ਹਾਂ ਓਏ ਤੂੰ ਕਿੱਥੋਂ ਲਿਆਇਆ? ਹੁਣ ਰਾਜੇ ਗਏ, ਉਹਨੇ ਕਹਿਤਾ ਜੀ ਤੇਰੀ ਰਾਣੀ ਨੇ ਦਿੱਤਾ ਮੈਨੂੰ। ਉਹਨੇ ਕਿਉਂ ਦਿੱਤਾ? ਉਹ ਕਹਿੰਦਾ ਜਿਹੜੇ ਸ਼ਬਦ ਮੈਂ ਉਹਨੂੰ ਕਹਿਣਾ ਉਹ ਤੇਰੀ ਰਾਣੀ ਮੈਨੂੰ ਕਹਿੰਦੀ ਹੈ। ਪਿੰਗਲਾ ਵੀ ਤੇਰੇ ਤੋਂ ਸਾਰੀ ਦੁਨੀਆ ਕੁਰਬਾਨ ਕਰ ਦੂੰ ਮੈਂ, ਆ ਲੈ ਚੱਕ। ਰਾਜੇ ਨੇ ਆਪਣੇ ਮੂੰਹ ਤੇ ਚਪੇੜ ਮਾਰੀ। ਫਿਰ ਉਹ ਮੂਰਖਾ, ਇਹ ਕੀ ਕਰ ਰਿਹਾ ਤੂੰ? ਇਹ ਸੰਸਾਰ ਕੀ ਕਰੀ ਜਾਂਦਾ? ਤੇ ਇੰਨਾ ਕੁਝ ਕਰ ਕਰਾ ਕੇ ਜੀ ਉਹਨੇ ਰਾਜ ਛੱਡਤਾ। ਅੱਗੇ ਗੱਲ ਤਾਂ ਅੱਗੇ ਆਉਣੀ ਹੈ, ਉਹ ਹਜੇ ਰਾਜ ਛੱਡਤਾ ਜੀ। ਰਾਜ ਭਾਗ ਛੱਡ ਕੇ ਰਾਣੀਆਂ ਛੱਡ ਕੇ ਚੱਲ ਗਿਆ। ਲੈ ਵੀ ਅੱਜ ਤੋਂ ਨਹੀਂ ਇਹ ਰਾਜ ਭਾਗ, ਇਹ 'ਚ ਕੁਛ ਨਹੀਂ ਦੁਨੀਆ 'ਚ, ਸੰਸਾਰ 'ਚ। ਪਰ ਇੱਕ ਦਿਨ ਐਸਾ ਅੰਦਰ ਅੱਗ ਬਲੀ ਵਾਸ਼ਨਾ ਦੀ, ਹੁਣ ਸਿੱਧਾ ਤੇ ਮਹਿਲਾਂ 'ਚ ਜਾ ਨਹੀਂ ਸਕਦਾ। ਜੋਗੀ ਬਣ ਗਿਆ, ਕੰਨ ਪੜਾ ਲਏ, ਭੂਤ ਮਲ ਲਈ ਸਿਰ ਨੂੰ, ਮੂੰਹ ਨੂੰ ਚਿੱਪੀ ਚੱਕ ਲਈ, ਚਿਮਟਾ ਚੱਕ ਲਿਆ, ਲੰਗੋਟਾ ਪਾਈ ਫਿਰਦਾ ਹੈ। ਪਰ ਅੰਦਰਲਾ ਮਨ ਨਹੀਂ ਨਾ ਜੋਗੀ ਬਣਾ। ਬਾਬਾ ਜੀ ਕਹਿੰਦੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਅਸਲ ਜੋਗੀ ਜੀ ਨੇ ਮਨ ਨੂੰ ਸਾਧ ਲਿਆ, ਯੋਗ ਤਾਂ ਉਹ ਹੈ। ਬਾਬਾ ਨਾਨਕ ਦੇ ਸਿੱਖ ਤਾਂ ਜੋਗੀ ਬਣਦੇ ਆ ਕੀਰਤਨ ਕਰ ਕਰਕੇ। ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਕੀਰਤਨ ਕਰਕੇ, ਬਾਣੀ ਪੜ੍ਹ ਕੇ। ਕੱਲ ਸੁਣਿਆ ਸੀ ਨਾ, ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਪਏ ਸੁਖ ਸੈਲ। ਕਥਾ ਦੇ ਨਾਲ ਉਹ ਜੀ ਮਨ ਵਿੱਚ ਇੱਕ ਦਿਨ ਬੜਾ ਅੰਦਰ ਫੁਰਨਾ ਚੱਲਿਆ ਤੇ ਵਾਸ਼ਨਾ ਦਾ ਫਿਰ ਕੀ ਕਰਾਂ, ਜਾਵਾਂ ਕਿਹੜੇ ਰਾਣੀਆਂ ਤਾਂ ਹੋਰ ਬੜੀਆਂ ਸਾਨੂੰ ਦੀਆਂ। ਇੱਕ ਵੱਡੀ ਰਾਣੀ ਸੀ, ਉਹਦੇ ਕੋਲ ਜਾਵਾਂ ਮਹਿਲਾਂ 'ਚ, ਪਰ ਜਾਵਾਂ ਕਿਵੇਂ? ਰਾਜਾ ਸੀ, ਪਿਛਲੇ ਰਾਹ ਦਾ ਪਤਾ ਸੀ ਵੀ ਰਾਣਵਾਸ ਹੈ ਜਿਹੜਾ, ਉਹਦੇ ਪਿਛਲੇ ਪਾਸੇ ਇੱਕ ਦਰਖਤ ਸੀ ਵੀ ਉਹ ਦਰਖਤ 'ਤੇ ਚੜ੍ਹੂੰ, ਕਿਸੇ ਨਾ ਕਿਸੇ ਤਰੀਕੇ ਉੱਤੇ ਚੜ੍ਹ ਕੇ ਤੇ ਮੈਂ ਰਾਣੀ ਕੋਲ ਜਾਵਾਂਗਾ। ਤੇ ਪੈਂਦਾ ਸੀ ਅੱਜ ਮੌਸਮ ਜਿਹਾ, ਰਾਤ ਬਿਜਲੀ ਕੜਕਦੀ ਸੀ, ਉਹਦੇ ਨਾਲ ਹੁੰਦਾ ਸੀ ਮਾੜਾ ਬਿਜਲੀ ਗਰਜੇ, ਰਸਤੇ ਚੱਲ ਗਈ। ਗੱਲ ਮੈਂ ਬਹੁਤ ਹੀ ਨਾ ਕਰਾਂ, ਦਰਖਤ ਦੇ ਕੋਲ ਦਰਖਤ ਨੂੰ ਹੱਥ ਉੱਤੇ ਚੜ੍ਹ ਗਿਆ। ਹੁਣ ਰਾਣੀ ਦਾ ਜਿਹੜੀ ਕੰਧ ਸੀ ਮਹਿਲ ਦੀ ਉਤਲੇ ਪਾਸੇ, ਉਹ ਦਰਖਤ ਵਿੱਚ ਥੋੜ੍ਹਾ ਜਿਹਾ ਫਰਕ ਸੀ। ਇਹਨੇ ਵੇਖਿਆ ਉੱਥੇ ਇੱਕ ਰੱਸੀ ਲਮਕਦੀ ਸੀ। ਉਹ ਕਹਿੰਦਾ ਵੀ ਰਾਣੀ ਤਾਂ ਇਹ ਮੈਨੂੰ ਪਹਿਲਾਂ ਹੀ ਰੱਸੀ, ਇਹਨੂੰ ਕਿਵੇਂ ਪਤਾ ਲੱਗ ਗਿਆ ਮੈਂ ਆਇਆ? ਉਹਨੇ ਰੱਸੀ ਨੂੰ ਹੱਥ ਪਾਇਆ ਤੇ ਛਾਲ ਮਾਰੀ, ਅੰਦਰ ਚਲ ਗਿਆ। ਦਰਵਾਜ਼ਾ ਖੜਕਾਇਆ, ਰਾਣੀ ਨੇ ਖੋਲ੍ਹਿਆ, ਰਾਣੀ ਨੇ ਸਤਿਕਾਰ ਦਿੱਤਾ। ਉਹਨੇ ਰਾਜਾ ਨਹੀਂ ਆਖਿਆ, ਉਹਨੇ ਆਖਿਆ ਆਓ ਭਿਕਸ਼ੂ, ਆਓ ਮਹਾਂਪੁਰਖੋ, ਕੈਸੇ ਆਉਣੇ ਹੋਏ? ਪਛਾਣ ਤਾਂ ਲਿਆ। ਉਹਨੇ ਆਖਿਆ ਜੋਗੀ ਜੀ ਚਰਨ ਵੰਦਨਾ ਤੁਹਾਨੂੰ। ਉਹਨੇ ਆਖਿਆ ਕਿਵੇਂ ਆਇਆ? ਉਹਨੇ ਆਖਿਆ ਮੈਂ ਤਾਂ ਅੱਜ ਬਹੁਤ ਦੁਬਿਧਾ 'ਚ ਫਸਿਆ, ਵਾਸ਼ਨਾ ਪ੍ਰਬਲ ਹੈ ਮੇਰੇ ਮਨ ਉੱਤੇ। ਉਸ ਵੇਲੇ ਕਹਿੰਦੀ ਆਇਆ ਕਿੱਧਰ ਦੀ ਹੈ ਤੂੰ? ਕਹਿੰਦਾ ਦਰਖਤ ਕੇ। ਕਹਿੰਦੀ ਦਰਖਤ
ਅੱਗੇ ਕਿਵੇਂ ਆ ਗਿਆ? ਕਹਿੰਦਾ ਤੂੰ ਰੱਸੀ ਸੁੱਟੀ ਸੀ। ਕਹਿੰਦੀ ਕਿਹੜੀ ਰੱਸੀ? ਉਹਨੇ ਲੈਂਪ ਲਿਆ ਤੇ ਲਾਈਟ ਮਾਰ ਕੇ ਵੇਖੀ, ਇੱਕ ਘੋ ਤਕੜਾ ਅਜਗਰ ਸੱਪ ਲਮਕਿਆ ਹੋਇਆ ਸੀ। ਐਵੇਂ ਨਹੀਂ ਕਹਿੰਦੇ ਵਾਸ਼ਨਾ ਕਰ ਦਿੰਦੀ ਬੰਦੇ ਨੂੰ, ਸੱਚਾਈ ਆ ਇਹ। ਜਦੋਂ ਕਿਤੇ ਵਾਸ਼ਨਾ ਹੁੰਦੀ ਬੰਦਾ ਕਹਿੰਦਾ ਮੈਨੂੰ ਤਾਂ ਕੋਈ ਦੇਖਦਾ ਹੀ ਨਹੀਂ, ਦੁਨੀਆ ਨਹੀਂ ਦੇਖਦੀ ਸਾਨੂੰ, ਸਾਰੇ ਹਾਲਾਂਕਿ ਤੇਰੇ ਹੁੰਦੇ, ਦੂਜਿਆਂ ਨੂੰ ਦਿਖਦੀ ਹੁੰਦੀ ਵੀ ਇੱਥੇ ਗਲਤ ਹੈ ਕੰਮ, ਇਹ ਆਹ ਚੀਜ਼ ਇੱਥੇ ਗਿਆ, ਇੱਥੇ ਫਿਸਲ, ਦੂਜਿਆਂ ਨੂੰ ਸਮਝ ਹੁੰਦੀ, ਪਰ ਇਹ ਅੰਨਾ ਹੋਇਆ ਹੁੰਦਾ। ਉਹ ਕਹਿੰਦੀ ਤੂੰ ਦੇਖ ਲੈ ਕਿੰਨਾ ਅੰਨਾ ਹੋਇਆ, ਤੇਰੇ ਉੱਤੇ ਹਾਵੀ ਹੈ ਇਹ, ਕਿ ਤੈਨੂੰ ਐਡਾ ਵੱਡਾ ਅਜਗਰ ਵੀ, ਸੱਪ ਵੀ ਰੱਸਾ ਲੱਗਿਆ। ਤੂੰ ਆਪਣੇ ਮਨ ਨੂੰ ਦੇਖ ਫਕੀਰਾ। ਆਹ ਕਿਸੇ ਨੇ ਬੜਾ ਸੋਹਣਾ ਲਿਖਿਆ ਨਾ, ਫਕੀਰਾ ਫਕੀਰੀ ਦੂਰ ਹੈ, ਜੈਸੇ ਪੇੜ ਖਜੂਰ ਹੈ, ਚੜ੍ਹ ਗਿਆ ਤਾਂ ਖਾਏਗਾ ਅਮਰ ਫਲ, ਡਿੱਗ ਗਿਆ ਤਾਂ ਚੱਕਣਾ ਚੂਰ ਹੈ। ਇਹ ਫਕੀਰੀ ਦਾ ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ ਭਗਤਾਂ ਕੀ ਚੱਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਬਿਖਮ ਮਾਰਗ ਚੱਲਣਾ। ਫਕੀਰੀ ਦਾ ਰਾਹ ਕਿਤੇ ਐਵੇਂ ਪਿਆ, ਕਿਹੜੇ ਰਾਹ ਪੈ ਗਿਆ? ਫਿਰ ਉੱਥੇ ਹੀ ਮਾਫੀ ਮੰਗ ਕੇ ਪਰਥਰੀ ਨੇ ਆਪਣੇ ਮਨ ਨੂੰ ਲਾਹਣਤਾਂ ਪਾਈਆਂ। ਓਏ ਲਾਹਣਤਾਂ ਮਨਾ ਤੇਰੇ, ਆ ਸਾਰਾ ਕੁਝ ਰਾਣੀਆਂ ਮਹਾਰਾਣੀਆਂ ਸਭ ਛੱਡੀਆਂ, ਤੂੰ ਆ ਮੇਰੇ ਤੋਂ ਕਿਹੜਾ ਪਾਪ ਕਰਾ ਰਿਹਾ ਹੈ? ਜਣੀ ਇਹ ਕੁਝ ਹੁੰਦਾ ਹੈ। ਮਹਾਰਾਜ ਕਹਿੰਦੇ ਕਾਮ ਕ੍ਰੋਧ ਲਪਟਿਓ ਅਸਨੇ, ਇਹ ਕਿਤੇ ਛੱਡਦੇ ਆ ਸਾਥ? ਬੰਦਾ ਕਿਤੇ ਹੰਕਾਰ 'ਚ ਹੋਵੇ ਵੀ ਲੈ ਵੀ ਮੈਂ ਤਾਂ ਜਿੱਤ ਲਈ, ਵਾਹਿਗੁਰੂ ਅੱਗੇ ਬੇਨਤੀ ਕਰੋ, ਇੱਕ ਪੈਰ ਦਾ ਜਿਹੜਾ ਪੱਟਿਆ ਗਿਆ ਤੇਰੇ ਸ਼ੁਕਰ, ਅਗਲੇ ਦਾ ਪਤਾ ਨਹੀਂ ਮੇਰੇ ਮਾਲਕਾ, ਤੂੰ ਹੱਥ ਰੱਖੀ ਮੇਰੇ ਸਿਰ ਤੇ। ਕੋਈ ਡਿੱਗ ਜਾਏ ਹਾਸਾ ਨਾ ਕਰਿਆ ਕਰੋ ਲੋਕਾਂ ਤੇ, ਵੀ ਉਹ ਡਿੱਗਿਆ ਜੀ, ਉਹ ਡਿੱਗ। ਲੋਕੀ ਤਾਂ ਤਖਤੀਆਂ ਚੁੱਕੀ ਫਿਰਦੇ ਆ ਜੀ, ਲੋਕੀ ਤੇ ਉਹਨਾਂ ਨੂੰ ਵੀ ਨਿੰਦਦੇ ਜਿੰਨਾ ਕੁਛ ਵੀ ਨਹੀਂ ਕੀਤਾ। ਉਹਨਾਂ ਦੀ ਗੱਲ ਬਣਾਉਣਗੇ, ਵੀਡੀਓ ਬਣਾਉਣਗੇ, ਅਜੇ ਫਲਾਣੇ ਨੇ ਆਹ ਕਰਤਾ, ਟਮਕਾਣੇ ਨੇ ਆਹ ਕਰ ਦਿੱਤਾ। ਬਈ ਸ਼ੁਕਰ ਕਰ ਪਰਮਾਤਮਾ ਦਾ, ਵਾਹਿਗੁਰੂ ਦਾ, ਤੂੰ ਬਚਿਆ। ਤੇਰਾ ਦਿਲ ਜਾਣਦਾ ਕਿੰਨੀ ਕੁ ਵਾਰੀ ਤੂੰ ਡਿੱਗਿਆ, ਮੌਕਾ ਨਹੀਂ ਮਿਲਿਆ ਤੈਨੂੰ। ਮਸਕੀਨ ਜੀ ਕਹਿੰਦੇ ਸਨ, ਕਹਿੰਦੇ ਤੁਸੀਂ ਕਈ ਬੰਦਿਆਂ ਨੂੰ ਕਹਿੰਦੇ ਕਿ ਇਹ ਬੰਦੇ ਬੜੇ ਸੱਚੇ ਹੈ ਜੀ, ਇਮਾਨਦਾਰ ਹੈ, ਇਹਨਾਂ ਜੀ ਰਿਸ਼ਵਤ ਨਹੀਂ ਲਈ। ਕਹਿੰਦੇ ਹੋ ਸਕਦਾ ਇਹਨਾਂ ਕੋਲ ਮੌਕਾ ਹੀ ਨਾ ਆਇਆ ਹੋਵੇ ਰਿਸ਼ਵਤ ਲੈਣ ਦਾ, ਕਿਸੇ ਨੇ ਆਫਰ ਹੀ ਨਾ ਕੀਤੀ ਹੋਵੇ ਵੀ ਲੈ ਰਿਸ਼ਵਤ। ਜੇ ਮੌਕਾ ਮਿਲ ਜਾਏ ਤੇ ਸਾਬਤ ਲੰਘ ਜਾਏ, ਉਹਨਾਂ ਨੂੰ ਖਰੇ ਜਾਣੀ ਹੈ, ਸਮਝਿਓ। ਮੌਕਾ ਮਿਲ ਜਾਏ, ਸਾਬਤ ਲੰਘ ਜਾਣ, ਉਹ ਖਰੇ ਜਾਣੋ। ਨਦੀ ਹੋਵੇ ਤੈਰ ਕੇ ਲੰਘ ਜਾਏ, ਤੇ ਸੁੱਕੇ ਦੇ ਵਿੱਚ ਕੀ ਤਰਨਾ ਹੀ ਹੈ ਸੁੱਕੇ 'ਚ। ਉਹ ਮੁੱਲਾ ਨਸ਼ਰੂਦੀਨ ਦੀ ਆਉਂਦੀ ਇੱਕ ਗੱਲ, ਕਹਿੰਦੇ ਇੱਕ ਦਿਨ ਨਹਾਉਣ ਗਿਆ ਨਦੀ 'ਚ, ਜਿਉਂ ਨਦੀ 'ਚ ਵੜਿਆ ਤੇ ਡੁਬਕੀ ਵੱਜ ਗਈ, ਕਹਿ ਥੋੜ੍ਹੀ ਜਿਹੀ ਛੇਤੀ ਦੇਣੇ ਬਾਹਰ ਨਿਕਲ ਆਇਆ, ਹੱਥ ਜੋੜ ਕੇ ਕਹਿੰਦਾ ਲੈ ਵੀ ਹੁਣ ਨਹੀਂ। ਉਹ ਕਹਿੰਦਾ, ਦੂਜਾ ਬੰਦਾ ਕਹਿੰਦਾ ਮੁੱਲਾ ਹੁਣ ਬਾਹਰ ਕਿਉਂ ਨਿਕਲ ਗਿਆ, ਆਉਂਦਾ ਨਹੀਂ? ਉਹ ਕਹਿੰਦਾ ਤੈਰਨਾ ਸਿੱਖੂਗਾ ਪਹਿਲਾਂ ਫੇਰ ਆਊਂਗਾ। ਉਹ ਕਹਿੰਦਾ ਤੈਰਨਾ ਹੁਣ ਬਾਹਰ ਕੀ ਉਹ ਤੇ ਸਿੱਖੇਗਾ, ਪੱਤਣਾ ਤੇ ਥੋੜ੍ਹਾ ਤੈਰਨਾ ਸਿੱਖਿਆ ਜਾਊ, ਤੈਰਨਾ ਸਿੱਖਿਆ ਵੀ ਜਾਊਗਾ ਨਦੀ 'ਚ ਹੀ। ਜਿਹੜਾ ਨਦੀ ਦੇ ਨੇੜੇ ਹੀ ਨਹੀਂ ਗਿਆ, ਵੜਿਆ ਹੀ ਨਹੀਂ ਵਿੱਚ, ਉਹ ਕੀ ਤੈਰੂਗਾ? ਇਉਂ ਹੀ ਹਜੇ ਤੱਕ ਜੇ ਸੁੱਕੇ ਤੁਰੇ ਫਿਰਦੇ ਹਾਂ, ਸ਼ੁਕਰ ਕਰੋ ਪਰਮੇਸ਼ਰ ਦਾ, ਵਾਹਿਗੁਰੂ ਦਾ, ਹਜੇ ਵਾਹ ਨਹੀਂ ਪਿਆ ਬਲਾਵਾਂ ਨਾਲ। ਇਸ ਤਰ੍ਹਾਂ ਦੀ ਖੇਡ ਹੈ ਮਾਇਆ, ਐਸੀ ਪ੍ਰਭਾਵਸ਼ਾਲੀ ਹੈ ਕਿ ਬੰਦਾ ਅੰਨਾ ਹੋ ਜਾਂਦਾ ਹੈ। ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ। ਇਹ ਕਲਗੀਧਰ ਪਿਤਾ, ਜਿਵੇਂ ਤੂੰ ਭਾਈ ਜੋਗੇ ਦੀ ਰੱਖੀ ਸੀ, ਉਹ ਤਾਂ ਇੱਕ ਵਾਰ ਫਿਸਲਿਆ ਸੀ। ਇਹ ਸਾਡਾ ਮਨ ਤਾਂ ਇੰਨਾ ਭੈੜਾ ਹੈ, ਅਸੀਂ ਤਾਂ ਤੇਰੇ ਜੋਗੇ ਹੋਏ ਵੀ ਨਹੀਂ, ਤੇ ਰੋਜ਼ ਡਿੱਗਦੇ ਹਾਂ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮੂਰਖ ਦੇਹੀ ਐਸੀ ਹੈ, ਆਸਾ ਬੰਦੀ ਮੂਰਖ ਦੇ, ਕਾਮ ਕ੍ਰੋਧ ਲਪਟਿਓ ਉਸਨੇ। ਕਾਮ ਕ੍ਰੋਧ, ਇਹ ਮੈਂ ਗੱਲ ਤਾਂ ਕੀਤੀ ਆਮ ਤੌਰ 'ਤੇ, ਕੀ ਇਹ ਗੱਲ ਅਸੀਂ ਕਰਦੇ ਨਹੀਂ ਇਹਨਾਂ ਚੀਜ਼ਾਂ 'ਤੇ, ਗੱਲ ਕਰਦੇ ਨਹੀਂ। ਕੋਈ ਕੀ ਕਹੇਗਾ? ਉਹ ਕੀ ਕਹੇਗਾ ਜਦ ਸਾਡਾ ਗੁਰੂ ਸਾਨੂੰ ਦੱਸ ਰਿਹਾ ਜਿਹੜੀ ਗੱਲ, ਸਭ ਤੋਂ 50 ਵਿਕਾਰਾਂ ਤੋਂ ਸਭ ਤੋਂ ਪਹਿਲਾ ਵੱਡਾ ਇਹ ਕਾਮ ਵਾਸ਼ਨਾ। ਇਹਨੂੰ ਅਸੀਂ ਕਹਿੰਦੇ ਕਰਦੇ ਨਹੀਂ, ਵੀ ਲੋਕੀ ਕੀ ਕਹਿਣਗੇ, ਕਹੀ ਜਾਣ, ਕਹਿਣ ਨੂੰ ਕੀ ਹੈ? ਮੂੰਹ ਫੜ ਲਓਗੇ ਇਹਨਾਂ ਦਾ? ਇਹ ਆਪ ਡਿੱਗੇ ਉਸ ਗੰਦਗੀ 'ਚ ਤਾਂ ਡਿੱਗੇ ਫਿਰਦੇ ਆ, ਉਹਦੇ 'ਚ ਬਿਮਾਰੀ ਜਿਹੜੀ ਲੱਗੀ ਆ ਉਹਦੀ ਗੱਲ ਵੀ ਨਹੀਂ ਕਰਨੀ, ਇਲਾਜ ਕਿੱਥੋਂ ਲੱਭੋਗੇ ਤੁਸੀਂ?
ਗੁਰਬਾਣੀ ਨੇ ਸਾਨੂੰ ਗੱਲ ਦੱਸੀ ਹੈ, ਥਾਂ ਥਾਂ ਸਮਝਾਇਆ। ਇੱਥੋਂ ਆ ਬੱਚੇ ਕਾਲਜਾਂ 'ਚ, ਮੈਡੀਕਲ ਕਾਲਜਾਂ 'ਚ ਪੜ੍ਹਦੇ ਆ, ਭਾਵੇਂ ਤੁਹਾਡਾ ਲੜਕਾ ਭਾਵੇਂ ਲੜਕੀ ਆ, ਉਹਨੂੰ ਕੱਲੀ ਕੱਲੀ ਗੱਲ ਸਮਝਾਈ ਜਾਂਦੀ ਹੈ ਹਰੇਕ ਚੀਜ਼। ਇਹ ਕੋਈ ਗਲਤ ਚੀਜ਼ ਨਹੀਂ, ਸਮਝੋ ਇਸ ਚੀਜ਼ ਨੂੰ ਵੀ ਜ਼ਿੰਦਗੀ ਦੀ ਕਿੰਨੀ ਕੁ ਕਿਸ ਚੀਜ਼ ਦੀ ਜ਼ਰੂਰਤ ਹੈ। ਵਾਸ਼ਨਾਵਾਂ ਤੋਂ ਬੰਦਾ ਫਸਿਆ ਪਿਆ ਔਰ ਇਹਨਾਂ ਵਿੱਚ ਹੀ ਡੁਬਕੀਆਂ ਮਾਰਦਾ, ਬਾਰ ਬਾਰ ਡੁੱਬਿਆ ਫਿਰਦਾ। ਮਹਾਰਾਜ ਕਹਿੰਦੇ ਸਿਰ ਉੱਪਰ ਠਾਡੋ ਧਰਮ ਰਾਏ। ਮਹਾਰਾਜ ਕਹਿੰਦੇ ਸਿਰ 'ਤੇ ਖੜਾ ਧਰਮ ਰਾਜਾ, ਦੇਖੀ ਜਾਂਦਾ। ਮਿੱਠੀ ਕਰ ਕਰ ਵਿਖਿਆ ਖਾਏ, ਤੂੰ ਤਾਂ ਜ਼ਹਿਰ ਨੂੰ ਮਿੱਠੀ ਕਰ ਕਰ ਖਾਈ ਜਾਂਦਾ ਵੀ ਆਹ ਹਾ ਬੜੀ ਮਿੱਠੀ ਹੈ ਬਈ, ਚਸਕੇ ਲੈ ਲੈ ਕੇ ਬੜਾ ਆਨੰਦ ਆਇਆ ਜੀ। ਮੈਂ ਉਹਨੂੰ ਆਪ ਬੋਲ ਦਿੱਤਾ ਜੀ, ਮੈਂ ਉਹਨੂੰ ਚੁੱਪ ਕਰਾ ਦਿੱਤਾ ਜੀ, ਮੈਂ ਧੱਕਾ ਮਾਰ ਦਿੱਤਾ ਜੀ, ਮੈਂ ਗਾਲ ਕੱਢ ਦਿੱਤੀ ਜੀ, ਮੈਂ ਐਂ ਕਰਤਾ ਜੀ, ਮੈਂ ਬਹੁਤ ਕਰਤਾ ਜੀ। ਕਹਿੰਦੇ ਜ਼ਹਿਰ ਹੈ, ਮਿੱਠੀ ਕਰ ਕਰਕੇ ਖਾ ਰਿਹਾ ਹਾਂ। ਹੋਂ ਬੰਦੋਂ ਹੋਂ ਸਾਧੋਂ ਬੈਰ। ਕਹਿੰਦੇ ਬੜਾ ਵੱਡਾ ਬਲੀ ਬਣਿਆ ਫਿਰਦਾ ਹੰਕਾਰੀ, ਮੈਂ ਤਾਂ ਜੀ ਬੰਨ ਲਊਂਗਾ ਉਹਨੂੰ। ਹਾਂ ਸਾਧੋ ਬੈਰ, ਮੈਂ ਤਾਂ ਜੀ ਬਦਲਾ ਲਊਂਗਾ। ਬੈਰ ਮੇਰੇ ਵਰਗਾ ਤਾਂ ਦੁਸ਼ਮਣ ਕੋਈ ਨਹੀਂ। ਹਮਰੀ ਭੂਮ ਕੌਣ ਘਾਲੈ ਪੈਰ, ਮੇਰੀ ਇੰਨੀ ਧਰਤੀ ਕਿਹੜਾ ਪੈਰ ਪਾ ਜੂਗਾ ਇਸ ਜ਼ਮੀਨ 'ਚ। ਇਹ ਚੀਜ਼ਾਂ ਕਰਦਾ। ਹੋਂ ਪੰਡਿਤ ਹੋਂ ਚਤੁਰ ਸਿਆਣਾ, ਮੈਂ ਤਾਂ ਪੰਡਿਤ ਹਾਂ, ਵਿਦਵਾਨ, ਮੈਂ ਤਾਂ ਚਾਤੁਰ ਬੜਾ ਜੀ, ਚਲਾਕ ਬੜਾ, ਮੈਂ ਤਾਂ ਸਿਆਣਾ ਬੜਾ ਜੀ। ਮਹਾਰਾਜ ਕਹਿੰਦੇ ਕਰਨਾ ਹਾਰ ਨਾ ਬੁੱਝੈ ਬੇਗਾਨਾ। ਕਹਿੰਦੇ ਜਿੰਨਾ ਚਿਰ ਕਰਨ ਵਾਲੇ ਪਰਮੇਸ਼ਰ ਨੂੰ ਨਹੀਂ ਨਾ ਬੁੱਝਿਆ, ਤੂੰ ਬੇਗਾਨਾ ਹੀ ਤੁਰਿਆ ਫਿਰਦਾ। ਨਾ ਤੇਰੀ ਪੰਡਤਾਈ ਕਿਸੇ ਕੰਮ, ਨਾ ਚਤੁਰਤਾਈ, ਨਾ ਸਿਆਣਪ। ਜੇ ਵਾਹਿਗੁਰੂ ਨੂੰ ਜਿਹਨੇ ਤੈਨੂੰ ਬਣਾਇਆ ਉਹਨੂੰ ਨਹੀਂ ਨਾ ਜਾਣ ਰਿਹਾ, ਤੇ ਫਿਰ ਤੂੰ ਕੋਈ ਸਿਆਣਾ ਨਹੀਂ, ਸਮਝਦਾਰ ਨਹੀਂ। ਆਪਣੇ ਘਰ ਨਹੀਂ ਵੜਿਆ, ਤੂੰ ਬੇਗਾਨਾ ਹੀ ਬਣਿਆ ਫਿਰਦਾ। ਮਹਾਰਾਜ ਕਹਿੰਦੇ ਆਪਣੀ ਗਤ ਮਿਤ ਆਪੇ ਜਾਣੈ। ਹੇ ਵਾਹਿਗੁਰੂ, ਤੇਰੀ ਗਤੀ ਚਾਲ ਮਿਤ ਮਰਿਆਦਾ ਤੂੰ ਜਾਣਦਾ ਹੈ। ਕਿਆ ਕੋ ਕਹੈ ਕਿਆ ਆਖ ਵਖਾਨੈ। ਕੋਈ ਵਿਚਾਰਾ ਜੀਵ ਕੀ ਆਖੇ ਤੇਰੇ ਬਾਰੇ, ਕੀ ਆਖੇ, ਕੀ ਕਵੇ ਵਖਿਆਨ ਕਰੇ। ਜਿਤ ਜਿਤ ਲਾਵੈ ਤਿਤ ਤਿਤ ਲੱਗਣਾ। ਹੁਣ ਅਰਦਾਸ ਕਰ ਰਹੇ ਆ, ਸਾਡੇ ਜੀਵਾਂ ਦੇ ਵੀ ਕੀ ਬਸ ਮੇਰੇ ਮਾਲਕ। ਮਾਇਆ ਐਸੀ ਪ੍ਰਬਲ ਹੈ, ਜਿੱਧਰ ਜਿੱਧਰ ਤੂੰ ਲਾਵੇਂ ਉੱਧਰ ਉੱਧਰ ਅਸੀਂ ਤਾਂ ਲੱਗੀ ਜਾਵਾਂਗੇ। ਸਾਡੇ ਕੋਲ ਤਾਂ ਆਹੀ ਬਸ ਹੈ, ਤੈਨੂੰ ਸਮਰਪਿਤ ਕਰ ਦਿੱਤਾ ਜੀਵਨ। ਸਾਨੂੰ ਤਾਂ ਪਤਾ ਵੀ ਨਹੀਂ ਵੀ ਸਹੀ ਰਾਹ ਕਿਹੜਾ, ਗਲਤ ਕਿਹੜਾ। ਆਪਣਾ ਭਲਾ ਸਭ ਕਾਹੂ ਮੰਗਣਾ। ਅਸੀਂ ਕਰਦੇ ਤਾਂ ਸਾਰੇ ਆਪਣੇ ਭਲੇ ਨੂੰ ਆ, ਵੀ ਭਲਾ ਹੋ ਜਾਵੇ ਸਾਡਾ। ਸਭ ਕੁਛ ਤੇਰਾ ਤੂੰ ਕਰਨਾ ਹਾਰ। ਹੇ ਵਾਹਿਗੁਰੂ, ਸਾਰਾ ਕੁਝ ਤੇਰਾ ਹੀ ਹੈ, ਤੂੰ ਕਰਨ ਵਾਲਾ ਹੈ। ਅੰਤ ਨਾਹੀ ਕਿਛ ਪਾਰਾਵਾਰ। ਹੇ ਵਾਹਿਗੁਰੂ, ਤੇਰੇ ਪਾਰਾਵਾਰ ਦਾ ਕੋਈ ਅੰਤ ਨਹੀਂ, ਅੰਤ ਨਹੀਂ ਪਾਇਆ ਜਾ ਸਕਦਾ। ਆਖਰੀ ਪੰਕਤੀ 'ਚ ਕਹਿੰਦੇ ਦਾਸ ਆਪਣੇ ਕਉ ਦੀਜੈ ਦਾਨ। ਆਪਣੇ ਦਾਸ ਨੂੰ, ਆਪਣੇ ਸੇਵਕ ਨੂੰ ਇਹ ਦਾਨ ਦੇ ਦਿਓ ਕਿ ਕਬੂ ਨਾ ਵਿਸਰੈ ਨਾਨਕ ਨਾਮ। ਸਾਡੇ ਤੋਂ ਕਦੇ ਵੀ ਤੇਰਾ ਨਾਮ ਭੁੱਲੇ ਨਾ ਮੇਰੇ ਮਾਲਕ, ਸਾਡੇ ਹਿਰਦੇ 'ਚ ਵਸਿਆ ਰਵੇ, ਸਾਡੇ 'ਤੇ ਇਹ ਮਿਹਰ ਕਰ ਦੇ। ਇਹ ਗੁਰੂ ਸਾਹਿਬ ਨੇ ਸ਼ਬਦ ਅੰਦਰ ਬਖਸ਼ਿਸ਼ ਕੀਤੀ ਆ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ ਹੈ। ਅੱਗੇ ਆਪਾਂ ਲੜੀਵਾਰ ਸ਼ਬਦ ਹੈ ਜਿਹੜਾ ਅਨਕ ਯਤਨ ਨਹੀਂ ਹੋਤ ਛੁਟਕਾਰਾ। ਇਹਦੀ ਵਿਚਾਰ ਆਪਾਂ ਪਰਸੋਂ ਨੂੰ ਸੁਣਾਂਗੇ। ਕੱਲ੍ਹ ਨੂੰ ਆਪ ਜੀ ਨੂੰ ਗਿਆਨੀ ਜਗਜੀਤ ਸਿੰਘ ਹੁਕਮਨਾਮਾ ਸਾਹਿਬ ਦੀ ਉਹ ਕਰਦੇ ਹੁੰਦੇ ਆ, ਉਹ ਸੁਣਾਉਣਗੇ। ਕੱਲ੍ਹ ਨੂੰ ਦਾਸ ਨੇ ਅੱਜ ਚਲੇ ਜਾਣਾ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ, ਉੱਥੋਂ ਮਹਾਰਾਜ ਨੇ ਸੇਵਾ ਲਈ ਹੈ ਅਤੇ ਕੱਲ੍ਹ ਨੂੰ ਉੱਥੇ ਕਥਾ ਹੋਏਗੀ। ਪਰਸੋਂ ਚੌਥੇ ਹੋਈ ਸੀ ਸਿੰਘ ਸਾਹਿਬ ਨਾਲ ਗੱਲ, ਉਹ ਕਹਿੰਦੇ ਆਓ ਤੁਸੀਂ, ਬਹੁਤ ਦਿਨ ਹੋ ਗਏ ਆਏ ਨਹੀਂ। ਮੈਂ ਪਿਛਲੇ ਸਾਲ ਕਰੋਨਾ ਜਦ ਹੋ ਗਿਆ ਸੀ ਅਤੇ ਉਹਦੇ ਕਰਕੇ ਥੋੜ੍ਹੀ ਵੀਕਨੈਸ ਜੀ ਰਹੀ, ਤਾਂ ਕਰਕੇ ਮੇਰੇ ਜਾਏ ਨਹੀਂ ਹੋਇਆ। ਪਰ ਹੁਣ ਫਿਰ 4 ਤਰੀਕ ਨੂੰ ਜਾਣੀ ਕੱਲ੍ਹ ਨੂੰ ਸਵੇਰੇ ਜਾਣੀ 7:45 ਤੋਂ 8:30 ਹੁੰਦੀ ਜਿਹੜੀ PTC ਤੋਂ, ਉਹਦੇ ਵਿੱਚ ਹਾਜ਼ਰੀ ਹੋਏਗੀ। ਉੱਥੋਂ ਵੀ ਅਗਰ ਸਮਾਂ ਹੋਏਗਾ ਤਾਂ ਜ਼ਰੂਰ ਸੁਣਿਓ। ਅਤੇ ਫਿਰ ਆਪਾਂ ਅਗਲੇ ਦਿਨ ਆ ਕੇ ਫਿਰ ਇੱਥੋਂ ਹੀ ਅਗਲੀ ਵਿਚਾਰ ਸੁਣਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।